ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਬਹੁਤ ਹੀ ਖਾਸ ਵਿਸ਼ੇ ਦੇ ਵਿੱਚ ਸਿੱਖਣਾ ਹੈ। ਅੱਜ ਆਪਾਂ ਪਵਿੱਤਰ ਆਤਮਾ ਜੀ ਦੇ ਬਾਰੇ ਵਿੱਚ ਸਿੱਖਾਂਗੇ, ਕਿਉਂਕਿ ਮਸੀਹੀ ਜੀਵਨ ਦਾ ਸਭ ਤੋਂ ਕੀਮਤੀ ਹਿੱਸਾ ਕਹਿ ਲਓ, ਸਭ ਤੋਂ ਕੀਮਤੀ ਜਾਇਦਾਦ ਕਹਿ ਲਓ, ਉਹ ਹੈ ਪਵਿੱਤਰ ਆਤਮਾ। ਅਗਰ ਸਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਨਹੀਂ ਹੈ, ਪਾਕ ਰੂਹ ਨਹੀਂ ਹੈ, ਤਾਂ ਸਮਝੋ ਕਿ ਅਸੀਂ ਸਾਹਾਂ ਦੇ ਬਿਨਾਂ ਇੱਕ ਸਰੀਰ ਹੈ। ਸਾਡਾ ਵਜੂਦ ਇੱਦਾਂ ਆ ਜਿੱਦਾਂ ਸਾਹਾਂ ਦੇ ਬਿਨਾਂ ਇੱਕ ਸਰੀਰ ਹੋਵੇ। ਤੇ ਸਾਹਾਂ ਦੇ ਬਿਨਾਂ ਸਰੀਰ ਤੁਰ ਫਿਰ ਸਕਦਾ? ਸਾਹਾਂ ਦੇ ਬਿਨਾਂ ਸਰੀਰ ਗੱਲ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਠੀਕ ਇਸੇ ਤਰ੍ਹਾਂ ਅਗਰ ਅਸੀਂ ਮਸੀਹੀ ਜੀਵਨ ਦੇ ਵਿੱਚ ਹਾਂ ਔਰ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਨਹੀਂ ਆ, ਪਰਮੇਸ਼ਵਰ ਜੀ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਨਹੀਂ ਆ, ਤਾਂ ਅਸੀਂ ਮਸੀਹੀ ਜੀਵਨ ਦੇ ਵਿੱਚ ਇੱਕ ਮੁਰਦਾ ਸਰੀਰ ਦੀ ਨਿਆਈ ਆ। ਤੇ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਪਾਕ ਰੂਹ ਦੇ ਸਾਮਰਥ ਦੇ ਬਾਰੇ ਵਿੱਚ ਦੇਖਾਂਗੇ ਔਰ ਸਿੱਖਾਂਗੇ। ਪਵਿੱਤਰ ਆਤਮਾ ਦੇ ਸਾਮਰਥ ਦੇ ਬਾਰੇ ਦੇ ਵਿੱਚ, ਪਾਵਰ ਆਫ ਹੋਲੀ ਸਪਿਰਿਟ, ਕਿ ਪਾਕ ਰੂਹ ਦੇ ਨਾਲ ਕੀ ਹੋ ਸਕਦਾ ਆ। ਮਨੁੱਖ ਬਹੁਤ ਜ਼ਿਆਦਾ ਲਾਲਚੀ ਆ, ਬਹੁਤ ਜ਼ਿਆਦਾ ਲਾਲਚੀ। ਆਪਾਂ ਛੋਟੇ ਹੁੰਦਿਆਂ ਇੱਕ ਸਟੋਰੀ ਸਕੂਲ ਦੇ ਵਿੱਚ ਸਿੱਖੀ ਸੀ, ਜਾਂ ਹੁਣ ਵੀ ਸਿਖਾਈ ਜਾਂਦੀ ਹੋਊਗੀ, ਗ੍ਰੀਡੀ ਡੌਗ, ਲਾਲਚੀ ਕੁੱਤੇ ਦੇ ਬਾਰੇ ਦੇ ਵਿੱਚ, ਕਿ ਉਹ ਦੂਜਾ ਪੀਸ ਜਿਹੜਾ ਉਹਨੂੰ ਪਰਛਾਵੇਂ ਵਿੱਚ ਦਿਖਦਾ, ਉਹਨੂੰ ਹਾਸਲ ਕਰਨ ਦੇ ਲਈ ਉਹ ਮੂੰਹ ਖੋਲ੍ਹਦਾ, ਅਤੇ ਜਿਹੜਾ ਉਹਦਾ ਆਪਣੇ ਮੂੰਹ ਦੇ ਵਿੱਚ ਆ ਉਹ ਵੀ ਪਾਣੀ ਵਿੱਚ ਡਿੱਗ ਪੈਂਦਾ ਹੈ ਨਾ। ਕਿੰਨੇ ਜਾਣਿਆਂ ਨੂੰ ਇਹ ਕਹਾਣੀ ਆਉਂਦੀ ਆ? ਵਾਹ, ਪ੍ਰਭੂ ਦਾ ਧੰਨਵਾਦ। ਸਾਰੀ ਕਲੀਸਿਆ ਬੜੀ ਇੰਟੈਲੀਜੈਂਟ ਆ ਕਿ ਆਪਣਾ ਸਿਲੇਬਸ ਇਮਾਨਦਾਰੀ ਨਾਲ ਕਵਰ ਕਰਦੇ ਸੀ। ਵੈਲ ਡਨ। ਪਰ ਜੇ ਆਪਾਂ ਸੋਚੀਏ, ਮੈਨੂੰ ਇੱਦਾਂ ਜਾਪਦਾ ਜਿੱਦਾਂ ਇਨਸਾਨ ਦਾ ਲਾਲਚ ਉਸ ਜਾਨਵਰ ਦੇ ਨਾਲੋਂ ਵੀ ਜ਼ਿਆਦਾ ਵੱਧ ਗਿਆ ਹੈ। ਉਹਨੂੰ ਤਾਂ ਪਰਛਾਵੇਂ ਦੇ ਵਿੱਚ ਨਜ਼ਰ ਆਇਆ, ਉਹਨੂੰ ਭੁਲੇਖਾ ਸੀਗਾ ਕਿ ਉੱਥੇ ਕੁਛ ਹੈਗਾ ਆ, ਇੱਕ ਹੋਰ ਜਾਨਵਰ ਜਿਹਦੇ ਕੋਲੇ ਹੋਰ ਮਾਸ ਦਾ ਟੁਕੜਾ ਆ, ਤੇ ਉਹਨੂੰ ਦੇਖ ਕੇ ਉਹਨੇ ਬਾਰਕ ਕੀਤਾ, ਉਹਨੂੰ ਦੇਖ ਕੇ ਉਹਨੇ ਮੂੰਹ ਖੋਲ੍ਹਿਆ, ਤੇ ਫਿਰ ਉਹਦਾ ਆਪਣਾ ਪੀਸ ਜਿਹੜਾ ਡਿੱਗ ਗਿਆ। ਪਰ ਮਨੁੱਖ ਨੂੰ ਕੁਛ ਨਜ਼ਰ ਵੀ ਨਹੀਂ ਆਉਂਦਾ, ਫਿਰ ਵੀ ਸਾਰਾ ਕੁਛ ਗਵਾਈ ਜਾਂਦਾ, ਹਵਾ ਵਿੱਚ ਤੀਰ ਮਾਰੀ ਜਾਂਦਾ। ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਾਂਗੀ, ਬਾਏ ਨੇਮ ਤਾਂ ਨਹੀਂ, ਪਰ ਫਿਰ ਵੀ ਤੁਸੀਂ ਉਸ ਐਗਜ਼ਾਮਪਲ ਤੋਂ ਸਿੱਖ ਸਕਦੇ ਆ ਕਿ ਮਨੁੱਖ ਦਾ ਜਿਹੜਾ ਲਾਲਚ ਆ, ਉਹ ਕਈ ਵਾਰੀ ਸਹੀ ਫੈਸਲੇ ਲੈਣ ਤੋਂ ਸਾਨੂੰ ਜਿਹੜਾ ਆ ਉਹ ਖਰਾਬ ਕਰ ਦਿੰਦਾ, ਕਹਿ ਲਓ। ਜਦੋਂ ਅਸੀਂ ਸਹੀ ਫੈਸਲਾ ਲੈਣਾ ਹੁੰਦਾ, ਸਾਡੇ ਫੈਸਲਾ ਲੈਣ ਦੀ ਸ਼ਕਤੀ ਨੂੰ ਖਰਾਬ ਕਰ ਦਿੰਦਾ ਜਿਹੜਾ ਮਨੁੱਖ ਦੇ ਅੰਦਰ ਲਾਲਚ ਆ। ਇੱਦਾਂ ਹੀ ਇੱਕ ਵਾਰ ਦੀ ਗੱਲ ਆ, ਇਹ ਰੀਅਲ ਸਟੋਰੀ ਆ, ਐਨ ਹਕੀਕਤ ਦੀ ਕਹਾਣੀ ਆ। ਇੱਕ ਵਾਰ ਦੀ ਗੱਲ ਆ ਕਿ ਕਿਸੇ ਦੇ ਬੱਚੇ ਸੈੱਟ ਨਹੀਂ ਸੀਗੇ ਲਾਈਫ ਦੇ ਵਿੱਚ। ਕਿਸੇ ਦੇ ਬੱਚੇ ਸੀਗੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਆਪਣਾ ਘਰ ਨਹੀਂ ਸੀ, ਅਤੇ ਉਹਨਾਂ ਦੇ ਕੋਲ ਆਪਣਾ ਕੰਮ ਨਹੀਂ ਸੀ, ਪਰ ਉਹ ਆਪਣੀ ਲਾਈਫ ਦੇ ਵਿੱਚ ਜਿਹੜੇ ਪੇਰੈਂਟਸ ਸੀਗੇ, ਪ੍ਰਭੂ ਦੇ ਅਨੁਗ੍ਰਹਿ ਦੇ ਨਾਲ ਉਹ ਬਿਲਕੁਲ ਠੀਕ ਸੀਗੇ। ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਕ ਆਪਸ਼ਨ ਦਿੱਤੀ ਕਿ ਅਸੀਂ ਤੁਹਾਡੇ ਲਈ ਕੁਛ ਕਰ ਸਕਦੇ ਹਾਂ, ਪਰ ਤੁਸੀਂ ਚੂਜ਼ ਕਰਨਾ ਹੋਊਗਾ। ਅਸੀਂ ਤੁਹਾਨੂੰ 2 ਆਪਸ਼ਨ ਦੇਵਾਂਗੇ, ਦੋਨੋਂ ਆਪਸ਼ਨਸ ਦੇ ਵਿੱਚੋਂ ਤੁਹਾਨੂੰ ਇੱਕ ਚੂਜ਼ ਕਰਨੀ ਆ। ਤੁਹਾਨੂੰ 2 ਰਾਹ ਦੱਸਾਂਗੇ, ਜਿਹੜਾ ਤੁਸੀਂ ਚੁਣ ਲਓਗੇ ਉਹ ਆਪਾਂ ਤੁਹਾਡੀ ਮਦਦ ਕਰਾਂਗੇ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲੇ 2 ਚੀਜ਼ਾਂ ਨਹੀਂ ਆ, ਕਿ ਕੰਮ ਵੀ ਹੈ ਨਹੀਂ ਅਤੇ ਘਰ ਵੀ ਹੈ ਨਹੀਂ। ਅਸੀਂ ਇਹਨਾਂ ਦੋਹਾਂ ਚੋਂ ਤੁਹਾਡੀ ਇੱਕ ਮਦਦ ਕਰ ਸਕਦੇ ਹਾਂ।
ਜਾਂ ਤਾਂ ਤੁਹਾਨੂੰ ਘਰ ਬਣਾ ਕੇ ਦੇ ਸਕਦੇ ਹਾਂ, ਜਾਂ ਫਿਰ ਉਹੋ ਹੀ ਧਨ ਜਿਹਦਾ ਇਸਤੇਮਾਲ ਤੁਹਾਡਾ ਘਰ ਬਣਨ ਦੇ ਲਈ ਹੋਣਾ, ਤੁਹਾਨੂੰ ਕੋਈ ਕਾਰੋਬਾਰ ਖੋਲ੍ਹ ਦਿੰਦੇ ਆ ਤੇ ਤੁਸੀਂ ਉਹਦੇ ਵਿੱਚ ਕਮਾਈ ਕਰ ਲਓ। ਪਰ ਅਸੀਂ ਉਹੀ ਕਰਾਂਗੇ ਜੋ ਤੁਹਾਨੂੰ ਚੰਗਾ ਲੱਗੇ। ਇਹਨਾਂ ਦੋਵਾਂ ਫੈਸਲਿਆਂ ਦੇ ਵਿੱਚੋਂ ਤੁਸੀਂ ਸਾਨੂੰ ਦੱਸ ਦਿਓ, ਤੁਸੀਂ ਸੋਚ ਲਓ, ਅਸੀਂ ਤੁਹਾਡੇ ਲਈ ਉਹੀ ਕਰਾਂਗੇ। ਹੁਣ ਮਨੁੱਖ ਆ ਲਾਲਚੀ, ਉਹਨੂੰ ਜਾਪਦਾ ਪਤਾ ਨਹੀਂ ਕਿੱਦਾਂ ਦਾ ਕੰਮ ਖੋਲ ਕੇ ਦੇਣਾ, ਪਤਾ ਨਹੀਂ ਕੀ ਹੋਣਾ, ਕੀ ਸੋਚਿਆ ਹੋਊਗਾ ਉਹਨਾਂ ਨਿਆਣਿਆਂ ਨੇ ਕਿ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਕਿਹਾ ਕਿ ਸਾਨੂੰ ਘਰ ਬਣਾ ਦਿਓ। ਹੁਣ ਉਹਨਾਂ ਮਾਪਿਆਂ ਨੇ ਪ੍ਰੋਮਿਸ ਕੀਤਾ ਸੀ ਆਪਣੇ ਬੱਚਿਆਂ ਦੇ ਨਾਲ ਕਿ ਜਿਹੜਾ ਦੋਹਾਂ ਕੰਮਾਂ 'ਚੋਂ ਤੁਸੀਂ ਕਹੋਗੇ ਅਸੀਂ ਤੁਹਾਡੇ ਲਈ ਕਰ ਦਿਆਂਗੇ। ਤਾਂ ਉਹਨਾਂ ਨੇ ਉਹਨਾਂ ਦੇ ਕਹੇ ਦੇ ਅਨੁਸਾਰ ਘਰ ਬਣਾ ਦਿੱਤਾ ਔਰ ਅੱਛਾ ਘਰ ਬਣਾ ਕੇ ਦਿੱਤਾ। ਹੁਣ ਉਹ ਘਰ ਦੇ ਵਿੱਚ ਆ ਔਰ ਘਰ ਵੀ ਅੱਛਾ ਆ, ਘਰ ਦੇ ਵਿੱਚ ਰਹਿੰਦੇ ਆ। ਪਰ ਕੰਧਾਂ ਨੂੰ ਚੱਟਣ ਦੇ ਨਾਲ ਤਾਂ ਢਿੱਡ ਨਹੀਂ ਭਰ ਜਾਏਗਾ ਨਾ। ਘਰ ਤਾਂ ਅੱਛਾ ਬਣ ਗਿਆ, ਕਰਨ ਵਾਲੇ ਨੇ ਜਿਹਨੇ ਵਾਅਦਾ ਕੀਤਾ ਉਹਨੇ ਵਾਅਦਾ ਪੂਰਾ ਕਰ ਦਿੱਤਾ, ਪਰ ਮੰਗਣ ਵਾਲੇ ਨੂੰ ਅਕਲ ਹੋਣੀ ਚਾਹੀਦੀ ਕਿ ਮੈਂ ਕੀ ਮੰਗਣਾ ਆ। ਫੈਸਲਾ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਫੈਸਲਾ ਮੇਰੇ ਪੱਖ ਵਿੱਚ ਜਾਂਦਾ ਆ। ਹੋ ਸਕਦਾ ਉਹਨਾਂ ਨੇ ਸੋਚਿਆ ਹੋਏ ਕਿ ਘਰ ਬਣ ਜਾਏ, ਸਾਰੀ ਉਮਰ ਬੰਦੇ ਕੋਲੋਂ ਮਕਾਨ ਹੀ ਨਹੀਂ ਖੜਾ ਕਰ ਹੁੰਦਾ, ਘਰ ਹੀ ਨਹੀਂ ਬਣਾ ਹੁੰਦਾ, ਚਲੋ ਜੀ ਪਹਿਲਾਂ ਘਰ ਹੀ ਬਣਾਓ। ਘਰ ਬਣ ਗਿਆ, ਘਰ ਦੇ ਵਿੱਚ ਤੁਸੀਂ ਭੁੱਖੇ ਰਹੋਗੇ। ਕਿੰਨਾ ਚਿਰ ਤੁਸੀਂ ਘਰ ਵਿੱਚ ਭੁੱਖੇ ਰਹਿ ਲਓਗੇ? ਤੁਹਾਡੀਆਂ ਹਰ ਰੋਜ਼ ਕਿੰਨੀਆਂ ਜ਼ਰੂਰਤਾਂ ਆ। ਤਾਂ ਉਹਨਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਸੀਗਾ? ਸਾਨੂੰ ਕਾਰੋਬਾਰ ਸੈੱਟ ਕਰਕੇ ਦਿਓ। ਅਗਰ ਉਹ ਕੰਮ ਕਰਦੇ, ਕਾਰੋਬਾਰ ਹੁੰਦਾ, ਤਾਂ ਉਸ ਕਮਾਈ ਤੋਂ ਆਪਣਾ ਘਰ ਵੀ ਬਣਾ ਸਕਦੇ ਸੀ, ਆਪਣਾ ਪੇਟ ਵੀ ਭਰ ਸਕਦੇ ਸੀ, ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਸੀ, ਔਰ ਜੋ ਉਹਨਾਂ ਨੂੰ ਚੰਗਾ ਲੱਗਦਾ, ਜਿੰਨੀ ਉਹ ਵੱਡੀ ਮਿਹਨਤ ਕਰਦੇ ਓਨਾ ਵੱਡਾ ਫਲ ਪ੍ਰਾਪਤ ਕਰ ਸਕਦੇ ਸੀ। ਪਰ ਉਹਨਾਂ ਨੇ ਇੱਕ ਗਲਤ ਫੈਸਲਾ ਲਿਆ। ਇਸੇ ਹੀ ਤਰ੍ਹਾਂ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਬਹੁਤ ਵਾਰੀ ਗਲਤ ਫੈਸਲੇ ਲੈਂਦੇ ਹਾਂ, ਕਿਉਂਕਿ ਪਰਮੇਸ਼ਵਰ ਨੇ ਤਾਂ ਪ੍ਰੋਮਿਸ ਕੀਤਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਔਰ ਪਰਮੇਸ਼ਵਰ ਜੀ ਆਪਣੇ ਵਾਅਦੇ ਨੂੰ ਵੀ ਪੂਰਾ ਕਰਦੇ ਆ, ਕਿਉਂਕਿ ਇੱਕ ਪਰਮੇਸ਼ਵਰ ਜੀ ਹੀ ਤੇ ਹੈ ਕਿ ਜਿਹੜੇ ਕਦੀ ਮੁੱਕਰਦੇ ਨਹੀਂ ਆ ਔਰ ਆਪਣੇ ਪ੍ਰੋਮਿਸ ਨੂੰ ਪੂਰਾ ਕਰ ਦਿੰਦੇ ਆ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਨਹੀਂ ਪਰ ਲੱਖਾਂ ਹੀ ਕਮੀਆਂ ਹੁੰਦੀਆਂ, ਫਿਰ ਵੀ ਉਹ ਰਹਿਮਤ ਦੇ ਨਾਲ ਭਰੇ ਹੋਏ ਆ ਔਰ ਉਹ ਆਪਣੇ ਲੋਕਾਂ ਦੇ ਜੀਵਨ ਵਿੱਚ ਆਪਣੇ ਪ੍ਰੋਮਿਸ ਨੂੰ ਪੂਰਾ ਕਰ ਦਿੰਦੇ ਆ। ਪਰ ਕਦੀ ਕਦੀ ਜਦੋਂ ਸਾਨੂੰ ਆਪਸ਼ਨਸ ਨਜ਼ਰ ਆਉਂਦੀਆਂ ਆ, ਸਾਨੂੰ ਕੁਝ ਚੀਜ਼ਾਂ ਨਜ਼ਰ ਆਉਂਦੀਆਂ, ਜਾਂ ਤਾਂ ਆਹ ਜਾਂ ਆਹ ਜਾਂ ਆਹ ਜਾਂ ਆਹ, ਤਾਂ ਅਸੀਂ ਡਿਸਾਈਡ ਕਰਨਾ ਹੁੰਦਾ ਕਿ ਅਸੀਂ ਇਹਨਾਂ 'ਚੋਂ ਕਿਹੜੀ ਚੀਜ਼ ਲੈਣੀ ਆ। ਕਦੇ ਕਦੇ ਸਾਨੂੰ ਲੱਗਦਾ ਕਿ ਮੈਂ ਗੱਡੀ ਲੈ ਲਵਾਂ। ਹੁਣ ਤੁਸੀਂ ਗੱਡੀ ਤਾਂ ਲੈ ਲਈ, ਤੁਸੀਂ ਮੰਗਿਆ, ਤੁਹਾਨੂੰ ਮਿਲ ਗਈ, ਪਰ ਗੱਡੀ ਦੇ ਵਿੱਚ ਪਾਉਣਾ ਕੀ ਆ, ਉਹਨੂੰ ਚਲਾਉਣਾ ਕਿੱਦਾਂ, ਰੋਡ ਤੱਕ ਲੈ ਕੇ ਕਿੱਦਾਂ ਜਾਣਾ, ਉਹਦੇ ਵਿੱਚ ਤੇਲ ਦੀ ਵੀ ਜ਼ਰੂਰਤ ਆ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਅਸੀਂ ਲਾਈਫ ਦੇ ਵਿੱਚ ਇੱਦਾਂ ਹੀ ਡਿਮਾਂਡ ਕਰ ਲੈਂਦੇ, ਜਿਹੜੀਆਂ ਸਿਰਫ ਡੰਮੀ ਬਣ ਕੇ ਸਾਡੇ ਜੀਵਨ ਵਿੱਚ ਰਹਿ ਜਾਂਦੀਆਂ, ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੁੰਦੀ, ਸਿਰਫ ਬੁੱਤ ਬਣ ਕੇ ਉਹ ਸਾਡੀ ਜ਼ਿੰਦਗੀ ਵਿੱਚ ਖੜੀਆਂ ਹੁੰਦੀਆਂ ਔਰ ਸਾਨੂੰ ਨਜ਼ਰ ਆ ਰਹੀਆਂ ਹੁੰਦੀਆਂ ਕਿ ਇਹ ਹੈ, ਪਰ ਉਹ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰੀਕੇ ਨਾਲ ਲਾਭਦਾਇਕ ਨਹੀਂ ਹੁੰਦੀਆਂ। ਅਗਰ ਤੁਹਾਡੇ ਘਰ ਵਿੱਚ ਗੱਡੀ ਆ ਪਰ ਗੱਡੀ ਵਿੱਚ ਤੇਲ ਨਹੀਂ ਆ, ਕੀ ਤੁਸੀਂ ਉਹਦੇ ਵਿੱਚ ਸਫ਼ਰ ਕਰ ਸਕਦੇ ਆ? ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਅਗਰ ਤੁਹਾਡੇ ਕੋਲ ਸਟੋਵ ਵੀ ਹੈਗਾ ਆ, ਸਿਲੰਡਰ ਵੀ ਹੈਗਾ, ਪਰ ਸਿਲੰਡਰ ਦੇ ਵਿੱਚ ਗੈਸ ਨਹੀਂ ਹੈਗੀ, ਕੀ ਤੁਸੀਂ ਖਾਣਾ ਪਕਾ ਸਕਦੇ ਆ? ਨਹੀਂ ਪਕਾ ਸਕਦੇ। ਤਾਂ ਬਹੁਤ ਸਾਰੀਆਂ ਚੀਜ਼ਾਂ ਆ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਸਾਨੂੰ ਇੱਦਾਂ ਲੱਗਦੀਆਂ ਕਿ ਇਹ ਮੇਰੇ ਕੋਲ ਹੋਣੀਆਂ ਚਾਹੀਦੀਆਂ, ਪਰ ਉਹਦੇ ਅਗਲੀ ਪਲੈਨਿੰਗ ਕੋਈ ਨਹੀਂ, ਉਹਦੇ ਅੱਗੋਂ ਮਿਹਨਤ ਕੋਈ ਨਹੀਂ ਕਿ ਉਹਨਾਂ ਨੂੰ ਯੂਜ਼ ਕਿੱਦਾਂ ਕਰਨਾ, ਉਹ ਮੇਰੇ ਕੰਮ ਵੀ ਆਉਣਗੀਆਂ ਕਿ ਨਹੀਂ ਆਉਣਗੀਆਂ। ਔਰ ਤੁਹਾਨੂੰ ਪਤਾ ਇੱਦਾਂ ਦੇ ਫੈਸਲੇ, ਜਿਹੜੇ ਗਲਤ ਫੈਸਲੇ ਅਸੀਂ ਕਦੋਂ ਲੈਂਦੇ ਆ? ਜਦੋਂ ਸਾਡੇ ਕੋਲ ਪਵਿੱਤਰ ਆਤਮਾ ਨਹੀਂ ਹੁੰਦਾ, ਜਦੋਂ ਸਾਡੇ ਜੀਵਨ ਵਿੱਚ ਪਾਕ ਰੂਹ ਨਹੀਂ ਹੁੰਦਾ। ਜਦੋਂ ਸਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਹੁੰਦਾ ਆ ਤਾਂ ਉਹ ਸਾਡੇ ਫੈਸਲੇ ਸਹੀ ਲੈਣ ਵਿੱਚ ਸਾਡੀ ਅਗਵਾਈ ਕਰਦਾ ਆ,
ਉਹ ਸਾਡੀ ਮਦਦ ਕਰਦਾ ਆ ਕਿ ਤੈਨੂੰ ਅਸਲ ਵਿੱਚ ਇਹ ਨਹੀਂ ਇਹ ਕੰਮ ਕਰਨਾ ਚਾਹੀਦਾ ਹੈ, ਤੈਨੂੰ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਹੈ। ਔਰ ਹੋ ਸਕਦਾ ਉਹ ਇੱਕ ਔਖਾ ਰਾਹ ਹੋਵੇ, ਭੀੜਾ ਰਾਹ ਹੋਵੇ, ਤੁਹਾਨੂੰ ਉਹਦੇ ਵਿੱਚ ਕੋਈ ਸੰਕਟ ਨਜ਼ਰ ਆਉਂਦਾ ਹੋਵੇ, ਪਰ ਜਦੋਂ ਤੁਸੀਂ ਪੁੱਛੋਗੇ, ਪਾਕ ਰੂਹ ਦੇ ਨਾਲ ਗੱਲ ਕਰੋਗੇ, ਪਵਿੱਤਰ ਆਤਮਾ ਦੇ ਨਾਲ ਗੱਲ ਕਰੋਗੇ, ਤਾਂ ਉਹ ਤੁਹਾਨੂੰ ਜ਼ਰੂਰ ਦੱਸੇਗਾ ਕਿ ਅੱਗੇ ਜਾ ਕੇ ਕਿੱਦਾਂ ਮੈਂ ਤੈਨੂੰ ਇਸ ਸਮੱਸਿਆ ਚੋਂ ਬਾਹਰ ਲੈ ਕੇ ਜਾਵਾਂਗਾ, ਕੀ ਮੈਂ ਤੇਰੇ ਲਈ ਤਿਆਰ ਕੀਤਾ ਔਰ ਕਿੱਦਾਂ ਤੂੰ ਇਹਨਾਂ ਚੀਜ਼ਾਂ ਦੇ ਉੱਤੇ ਫਤਿਹ ਪਾ ਸਕਦਾ ਹੈ। ਪਰ ਜਦੋਂ ਪਵਿੱਤਰ ਆਤਮਾ ਨਹੀਂ ਹੁੰਦਾ ਸਾਡੇ ਜੀਵਨ ਦੇ ਵਿੱਚ, ਤਾਂ ਅਸੀਂ ਬਹੁਤ ਸਾਰੇ ਗਲਤ ਫੈਸਲੇ ਲੈ ਲੈਂਦੇ ਹਾਂ। ਸਾਡੇ ਜੀਵਨ ਵਿੱਚ ਪਵਿੱਤਰ ਆਤਮਾ ਦਾ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀ, ਉਹਨਾਂ ਨੇ ਕਿਹਾ ਸੀ, ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਸਹਾਇਕ ਭੇਜੇਗਾ, ਜਿਹੜਾ ਸਭਨਾਂ ਗੱਲਾਂ ਵਿੱਚ ਤੁਹਾਡੀ ਅਗਵਾਈ ਕਰੇਗਾ, ਸਭਨਾਂ ਗੱਲਾਂ ਵਿੱਚ, ਚਾਹੇ ਉਹ ਤੁਹਾਡੇ ਘਰ ਦੇ ਮਸਲੇ ਹੋਣ, ਚਾਹੇ ਤੁਹਾਡੇ ਆਤਮਿਕ ਮਸਲੇ ਹੋਣ, ਚਾਹੇ ਤੁਹਾਡੀ ਬਿਜ਼ਨਸ ਦੇ ਮਸਲੇ ਹੋਣ, ਤੁਹਾਡੇ ਬੱਚਿਆਂ ਦੇ ਮਸਲੇ ਹੋਣ, ਤੁਹਾਡੀ ਸ਼ਾਦੀ ਦੇ ਮਸਲੇ ਹੋਣ, ਕਿਸੇ ਵੀ ਤਰੀਕੇ ਦੇ ਮਾਮਲੇ ਹੋਣ, ਮਸਲੇ ਹੋਣ, ਪਰ ਉਹ ਤੁਹਾਡੀ ਅਗਵਾਈ ਕਰੇਗਾ। ਅਗਰ ਕਹਿ ਦਿੱਤਾ ਸਭਨਾਂ ਗੱਲਾਂ ਵਿੱਚ, ਤੇ ਸਭਨਾਂ ਵਿੱਚ ਸਭ ਕੁਝ ਇਨਕਲੂਡਡ ਆ, ਸਾਰਾ ਕੁਝ ਸ਼ਾਮਿਲ ਆ, ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਮੰਗਣਾ ਚਾਹੀਦਾ ਆਪਣੇ ਜੀਵਨ ਦੇ ਵਿੱਚ? ਪਵਿੱਤਰ ਆਤਮਾ। ਅਸੀਂ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦੇ ਆ, ਅਸੀਂ ਕੀ ਮੰਗਦੇ ਆ? ਠੀਕ ਉਹਨਾਂ ਨਿਆਣਿਆਂ ਦੇ ਵਾਂਗ ਅਸੀਂ ਮੰਗਦੇ ਆ ਕਿ ਸਾਨੂੰ ਘਰ ਮਿਲ ਜਾਏ। ਬਸ ਸਾਨੂੰ ਇਦਾਂ ਲੱਗਦਾ ਘਰ ਮਿਲ ਗਿਆ ਤਾਂ ਬਸ ਸਾਰਾ ਕੁਝ ਠੀਕ ਹੋ ਗਿਆ। ਫਿਰ ਤੁਹਾਡੀ ਨਵੀਂ ਡਿਮਾਂਡ ਹੋਊਗੀ ਕਿ ਘਰ ਤਾਂ ਮਿਲ ਗਿਆ, ਹੁਣ ਘਰ ਦੇ ਵਿੱਚ ਫਰਨੀਚਰ ਮਿਲ ਜਾਏ। ਫਿਰ ਇੱਕ ਹੋਰ ਡਿਮਾਂਡ ਹੋਏਗੀ ਕਿ ਹੁਣ ਘਰ ਦੇ ਵਿੱਚ ਕੋਈ ਪੱਖਾ ਲਾ ਜਾਏ, ਕੋਈ ਏਸੀ ਲਾ ਜਾਏ। ਫਿਰ ਫਰਿੱਜ ਮੰਗੋਗੇ, ਫਿਰ ਦਾਣੇ ਮੰਗੋਗੇ, ਫਿਰ ਤੁਸੀਂ ਦਾਲਾਂ ਮੰਗੋਗੇ, ਤੇਲ ਮੰਗੋਗੇ, ਤਾਂ ਮਤਲਬ ਤੁਸੀਂ ਤਾਂ ਐਵਰੀਡੇ ਡਿਮਾਂਡ ਕਰਦੇ ਰਹੋਗੇ। ਪਰ ਅਗਰ ਪਾਕ ਰੂਹ ਤੁਹਾਡੇ ਜੀਵਨ ਵਿੱਚ ਹੋਏਗਾ ਤਾਂ ਉਹ ਤੁਹਾਨੂੰ ਕਹੇਗਾ ਪਹਿਲਾਂ ਕਮਾਈ ਕਰ, ਕਿਉਂਕਿ ਪਰਮੇਸ਼ਵਰ ਸਾਨੂੰ ਕਮਾਈ ਕਰਨ ਦਾ ਬਲ ਬਖਸ਼ਦਾ। ਉਹਨੇ ਕਿਹਾ 6 ਦਿਨ ਹਾਂਜੀ ਕੰਮ ਕਰ, ਤਾਂ ਉਹਨੇ ਕਿਹਾ ਆ ਸਾਨੂੰ ਕਿ ਕੰਮ ਕਰ, 6 ਦਿਨ ਕੰਮ ਕਰ, ਪਹਿਲਾਂ ਕੰਮ ਕਰ ਤੇ 7ਵੇਂ ਦਿਨ ਨੂੰ ਕੀ ਕਰ? ਰੈਸਟ ਕਰ, ਆਰਾਮ ਕਰ, ਅਰੇ ਉਸ ਦਿਨ ਨੂੰ ਪਵਿੱਤਰ ਜਾਣ। ਤਾਂ ਪਹਿਲਾਂ ਅਸੀਂ ਕੀ ਕਰਨਾ ਆ? ਕੀ ਕਰਨਾ? ਪਹਿਲਾਂ ਕੰਮ ਕਰਨਾ ਆ। ਤੇ ਅਸੀਂ ਸ਼ੁਰੂਆਤ ਕਿੱਥੋਂ ਕਰਦੇ ਆ? ਰੈਸਟ ਤੋਂ। ਅਸੀਂ ਸ਼ੁਰੂਆਤ ਆਰਾਮ ਤੋਂ ਕਰਦੇ ਆ ਕਿ ਪਹਿਲਾਂ ਆਰਾਮ, ਫਿਰ ਦੇਖਾਂਗੇ ਕਿਹੜਾ ਕੰਮ ਕਰਨਾ। ਜਦੋਂ ਸਾਹ ਨੱਕ 'ਚ ਆਣ ਕੇ ਘੁੱਟਿਆ ਜਾਂਦਾ, ਜਿਹਨੂੰ ਕਹਿੰਦੇ ਨੱਕ 'ਚ ਦਮ ਹੋ ਜੇ, ਉਦੋਂ ਅਸੀਂ ਕੋਸ਼ਿਸ਼ ਕਰਦੇ, ਉਦੋਂ ਹੱਥ ਪੱਲੇ ਮਾਰਦੇ ਆ ਕਿ ਹੁਣ ਮੈਂ ਕੀ ਕੰਮ ਕਰਾਂ ਕਿ ਤੋਰੀ ਫੁਲਕਾ ਤੁਰ ਪਵੇ। ਤਾਂ ਪਹਿਲਾਂ ਕੰਮ ਕਰਨਾ ਆ, ਸਭ ਤੋਂ ਫਸਟ ਕੰਮ। ਔਰ ਪ੍ਰਭੂ ਤੋਂ ਬਲ ਮੰਗਣਾ ਕਿ ਪ੍ਰਭੂ ਸਾਨੂੰ ਬਲ ਦਿਓ, ਪ੍ਰਭੂ ਤੋਂ ਬੁੱਧ ਮੰਗਣਾ ਕਿ ਪ੍ਰਭੂ ਸਾਨੂੰ ਬੁੱਧ ਦਿਓ। ਔਰ ਸਭ ਤੋਂ ਬੈਸਟ ਡਿਮਾਂਡ ਆ ਕਿ ਪ੍ਰਭੂ ਕੋਲੋਂ ਪਰਮੇਸ਼ਵਰ ਦਾ ਆਤਮਾ ਮੰਗੋ, ਪ੍ਰਭੂ ਕੋਲੋਂ ਪਰਮੇਸ਼ਵਰ ਦਾ ਰੂਹ ਮੰਗੋ, ਪਾਕ ਰੂਹ ਮੰਗੋ, ਪਵਿੱਤਰ ਆਤਮਾ ਮੰਗੋ। ਆਓ ਆਪਾਂ ਦੇਖਦੇ ਹਾਂ ਰਸੂਲਾਂ ਦੀ ਕਿਤਾਬ, ਉਹਦਾ 8 ਨੰਬਰ ਅਧਿਆਇ ਤੇ ਉਹਦੀ 8 ਤੋਂ 11 ਨੰਬਰ ਪੰਕਤੀ ਵਿੱਚ ਆਪਾਂ ਦੇਖਦੇ ਹਾਂ। ਇੱਥੇ ਲਿਖਿਆ, ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਹਨ। ਫਿਰ ਤੋਂ ਸੁਣੋ, ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਹਨ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ, ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ। ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ, ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। ਅਤੇ ਜੇ ਉਹਦਾ ਆਤਮਾ ਜਿਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ, ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਿਵਾਏਗਾ। ਆਮੀਨ। ਇੱਥੇ ਅਸੀਂ ਪੜ੍ਹਦੇ ਹਾਂ, ਕਹਿੰਦਾ ਜਿਹੜਾ ਸਰੀਰਕ ਆ ਉਹ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦਾ। ਜਿਹੜਾ ਸਰੀਰਕ ਆ ਉਹ ਪਰਮੇਸ਼ਵਰ ਨੂੰ ਖੁਸ਼
नहीं कर सकता। एग्जैक्टली इदां ही लिखिया आ। प्रसन्न करन दा मतलब खुश करना, ते कहंदा प्रसन्न नहीं कर सकता, भाव खुश नहीं कर सकता। पर हुण आपां तां सारिआं दे शरीर आ, शरीर एक वखरी चीज आ और शरीरक होना एक वखरी चीज आ। शरीर आ बॉडी, जिसम एक कॉस्ट्यूम आ, एक पहरावा या विलक्षण पहरावा। पर जेड़े शरीरक आ मतलब वो सारा ही अपना जेड़ा फोकस आ उन्हां दा, जेड़ा सारा उन्हां दा ध्यान आ, उन्हां दा सारा काम आ, वो सारा शरीर दे लई आ। बस मेरे शरीर नूं सौण दे लई गद्दा सोहना होना चाहिए, मेरे शरीर नूं सफ़र करन दे लई कार सोहनी होनी चाहिए, मेरे शरीर दे तुरन दे लई शू नाइस होने चाहिए, मेरे शरीर दे सजण दे लई कपड़े सोहने होने चाहिए, मेरे शरीर दे बाल सोहने नज़र आने चाहिए, मेरियां अखां लई चश्मा सोहना होना चाहिए, मेरियां उंगलां लई मुंदियां सोहणियां होणियां चाहिए, मेरे गले लई हार सोहना होना चाहिए। तां उन्हां नूं कहंदे आ शरीरक, जिसमानी, जिसम नूं खुश करन विच लगे होए। हाय मेरी नींद नहीं पूरी हुई, मेरा जिसम अज बहुत टायर्ड आ, मेरी बॉडी आई एम फीलिंग वेरी टायर्ड, मैं बहुत थकिया होया फील करदा आ, वो शरीरक आ, इसलिए मैं चर्च नूं नहीं जावांगा। मतलब उन्हें एक स्पिरिचुअल पोर्शन नूं स्किप करन दा माइंड सैट कर लिया, उन्हें एक आत्मक हिस्से नूं छड्ड देण दे लई अपने मन नूं तैयार कर लिया। क्यों? बिकॉज ही फीलिंग टायर्ड, करके वो थकिया महसूस करता है। तो वो कौन आ? शरीरक। अज बरखा बहुत हो रही है, मैं चर्च नूं नहीं जावांगा, वो कौन आ? शरीरक। कि मैं आत्मक भोजन नहीं खावांगा, अज घरे पकौड़े बनाओ, मीह बहुत पै रहा है। चर्च में जाके की होगा? बारिश दे विच भिज जूंगा, मेरे कपड़े खराब हो जूगे, मैनू छिक्कां लग जूगियां, जुकाम हो जूगा, बुखार हो जूगा। उन्हें लंबी लिस्ट सैट की है। वह शरीरक। और वचन दे विच लिखिया जेड़े शरीरक आ वो परमेश्वर नूं प्रसन्न नहीं कर सकते। अगर असी परमेश्वर जी नूं प्रसन्न करना आ, परमेश्वर जी नूं खुश करना आ, फिर सानू साडी बॉडी दी वर्शिप नहीं करनी, फिर असी अपने जिसम दी आराधना नहीं करनी, पर असी परमेश्वर जी दी आराधना करनी आ। बाली बरी मनुख अपने ही जिसम दी आराधना करता रहिंदा। तेनू नहीं पता मैं ऐदां, तेनू नहीं पता मैं खाना किन्ना स्वाद बनाउंदा, तेनू नहीं पता मैं काम किन्ना वधिया करदा, तेनू नहीं पता मैनू गाउणा किन्ना वधिया आउंदा, तेनू नहीं पता मैनू वजाउणा किन्ना वधिया आउंदा, तेनू नहीं पता मेरा किन्ना बोल बाला, तेनू नहीं पता लोकी मैनू झुक झुक के सलूट मारदे, तेनू आ नहीं पता, तेनू ओ नहीं पता। मेरा मेरा मैं all the time self praise, हर वेले अपनी आराधना। जेड़े हर वेले अपनी ही आराधना करन दे विच लगे आ, वो कदी भी परमेश्वर जी नूं खुश नहीं कर सकते। और जे वो परमेश्वर नूं खुश नहीं कर सकते तो फिर वो परमेश्वर दे कोलों की लैणगे? जे वो खुश नहीं कर सकते, ਇਹਦਾ मतलब परमेश्वर कोलों कुछ प्राप्त भी नहीं कर सकते। अगर परमेश्वर तो कुछ प्राप्त करना है तो फिर सानू परमेश्वर जी नूं खुश करना पएगा। और जे असी परमेश्वर जी नूं खुश करना है तो सानू शरीर की आराधना बंद करके सानू परमेश्वर जी की आराधना शुरू करनी पवेगी। अगर लत्तां दुखदियां आ तो इन्हां नूं कहो कोई फिक्र वाली गल नहीं है, चल परमेश्वर की हजूरी विच ठीक हो जाना है। यसू मसीह के नाम च परमेश्वर की प्रेजेंस दे विच हीलिंग आ, परमेश्वर की प्रेजेंस दे विच वंडर्स या मिरेकल्स या चिन्ह चमत्कार होंदे परमेश्वर की हजूरी दे विच। ये तां परमेश्वर की प्रेजेंस दा साइन आ। जेड़े चिन्ह होने, चमत्कार होने, चंगियाई हो जानी, समस्यावां दा हल हो जाना, ये परमेश्वर दे जिंदा होण दा प्रतीक आ। ये परमेश्वर दे अलाइव होण दा प्रूफ आ और ये परमेश्वर दे हाज़र होण दा सबूत आ। पर एदा मतलब ये नहीं कि ओ हाज़र आ ते तुसी
गैर हाज़र हो जाओ। ਅਸੀਂ ਵੀ ਹਾਜ਼ਰ ਹੋਣਾ ਪਰਮੇਸ਼ਵਰ ਦੀ ਹਾਜ਼ਰੀ ਦੇ ਸਮੇਂ ਦੇ ਦਰਮਿਆਨ। ਹਾਲੇਲੂਇਆ। ਇਸ ਲਈ ਆਪਣੇ ਮਾਈਂਡ ਸੈੱਟ ਕਰੋ ਕਿ ਗਰਮੀ ਹੋਏ ਕੋਈ ਗੱਲ ਨਹੀਂ, ਇੰਨੀ ਕੁ ਗਰਮੀ ਝੱਲਣ ਦੇ ਨਾਲ ਮੈਂ ਨਰਕ ਦੀ ਗਰਮੀ ਤੋਂ ਬਚਾਇਆ ਜਾ ਸਕਦਾ ਆ। ਇੰਨੀ ਕੁ ਵਰਖਾ ਝੱਲ ਲੈਣ ਦੇ ਨਾਲ ਜਿਹੜੀ ਅੰਗਿਆਰਿਆਂ ਦੀ ਵਰਖਾ ਹੋਣੀ ਹੈ ਨਰਕ ਦੇ ਵਿੱਚ, ਮੈਂ ਉਸ ਵਰਖਾ ਤੋਂ ਬਚਾਇਆ ਜਾ ਸਕਦਾ। ਤੁਸੀਂ ਸੋਚੋ, ਅਗਰ ਅੱਗ ਦੇ ਵਰਨੇ ਹੋਣ ਉੱਤੋਂ ਚੰਗਿਆੜੀਆਂ, ਤਾਂ ਫਿਰ ਉਹਦੇ ਵਿੱਚ ਤੁਹਾਨੂੰ ਖਲੋਣਾ ਪਏ, ਉਹ ਕਿੰਨਾ ਹਾਰਡ ਹੋਊਗਾ। ਤਾਂ ਪਾਣੀ ਦੇ ਨਾਲ ਤਾਂ ਆਪਣੀ ਮਿੱਟੀ ਨਹੀਂ ਖੁਰਨੀ। ਔਰ ਇਸ ਪਾਣੀ ਤੋਂ ਬਚਣ ਦੇ ਲਈ ਤੁਸੀਂ ਕਈ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਦੇ। ਤੁਸੀਂ ਛਤਰੀ ਲੈ ਲਓ, ਤੁਸੀਂ ਰੇਨ ਕੋਟ ਪਾ ਲਓ, ਤੁਸੀਂ ਸ਼ੈੱਡ ਦੇ ਵਿੱਚ ਆ ਜਾਓ। ਅਗਰ ਤੁਸੀਂ ਟਾਈਮ ਨਾਲ ਆਓਗੇ ਡੈਫੀਨੇਟਲੀ ਤੁਹਾਨੂੰ ਅੱਗੇ ਸੀਟ ਮਿਲੇਗੀ, ਸ਼ੈੱਡ 'ਚ ਬੈਠੋਗੇ, ਨਹੀਂ ਤਾਂ ਓਵਰਫਲੋ ਸੈਕਸ਼ਨ ਦੇ ਵਿੱਚ ਬਾਹਰ ਤਾਂ ਬੈਠਣਾ ਹੀ ਪਵੇਗਾ। ਪਰ ਤੁਸੀਂ ਆਪਣੇ ਆਪ ਨੂੰ ਸੈੱਟ ਕਰੋ। ਹੈਡੇਕ ਹੋ ਗਈ, ਮੈਂ ਚਰਚ ਨੂੰ ਨਹੀਂ ਜਾਣਾ। ਫੀਵਰ ਹੋ ਗਿਆ, ਮੈਂ ਚਰਚ ਨੂੰ ਨਹੀਂ ਜਾਣਾ। ਅੱਜ ਇੱਦਾਂ ਹੋ ਗਿਆ, ਮੈਂ ਚਰਚ ਨੂੰ ਨਹੀਂ ਜਾਣਾ। ਅੱਜ ਮੇਰਾ ਨਿਆਣਾ ਰੋਂਦਾ, ਚਰਚ ਨੂੰ ਨਹੀਂ ਜਾਣਾ। ਇੰਨੇ ਐਕਸਕਿਊਜ਼ ਆ ਤੁਹਾਡੇ ਕੋਲ ਚਰਚ ਨੂੰ ਨਾ ਆਉਣ ਦੇ। ਕੋਈ ਇਹੋ ਜਿਹਾ ਵੀ ਐਕਸਕਿਊਜ਼ ਰੱਖੋ ਆਪਣੀ ਬੋਡੀ ਨੂੰ ਦੱਸਣ ਦੇ ਲਈ ਕਿ ਮੈਨੂੰ ਚਰਚ ਨੂੰ ਜਾਣਾ ਹੀ ਪੈਣਾ ਆ, ਕਿ ਮੈਂ ਜਾਣਾ ਹੀ ਆ ਚਰਚ ਨੂੰ। ਚਰਚ ਨੂੰ ਤੁਸੀਂ ਆਉਂਦੇ ਹੀ ਚੰਗੇ ਹੋਣ। ਜੇ ਤੁਸੀਂ ਚੰਗਿਆਈ ਵਾਸਤੇ ਵੀ ਨਹੀਂ ਆਉਂਦੇ, ਫਿਰ ਮੈਨੂੰ ਲੱਗਦਾ ਆ ਫਿਰ ਕੁਛ ਨਹੀਂ ਕੀਤਾ ਜਾ ਸਕਦਾ। ਵੈਸੇ ਤਾਂ ਅਸੀਂ ਚਰਚ ਨੂੰ ਅਸਲ ਵਿੱਚ ਸਾਡਾ ਮੇਨ ਕਾਰਨ ਜਿਹੜਾ ਆ ਆਉਣ ਦਾ, ਉਹ ਆ ਪਰਮੇਸ਼ਵਰ ਦੇ ਨਾਲ ਰਿਸ਼ਤਾ ਕਾਇਮ ਕਰਨਾ। ਪਰ 99% ਗਿਣਤੀ ਆ ਸ਼ਿਫਾ ਲੈਣ ਵਾਲਿਆਂ ਦੀ। ਪਰ ਮੈਂ ਕਹਿੰਦੀ, ਜੇ ਤੁਸੀਂ ਸ਼ਿਫਾ ਲੈਣ ਦੇ ਲਈ ਵੀ ਨਖਰੇ ਕਰਦੇ ਆ, ਤਾਂ ਫਿਰ ਸ਼ਿਫਾ ਕਿੱਦਾਂ ਮਿਲੂਗੀ? ਅੱਜ ਮੌਸਮ ਤੁਹਾਡੇ ਮਨਪਸੰਦ ਦਾ ਨਹੀਂ, ਅੱਜ ਦਿਨ ਤੁਹਾਡੇ ਮਨਪਸੰਦ ਦਾ ਨਹੀਂ, ਅੱਜ ਟਾਈਮ ਤੁਹਾਡੇ ਮਨਪਸੰਦ ਦਾ ਨਹੀਂ, ਅੱਜ ਫਲਾਨੇ ਦਿਓ ਸੱਦਾ ਆ ਗਿਆ, ਅੱਜ ਫਲਾਨੇ ਦਿਓ ਤੁਹਾਨੂੰ ਕੁਛ ਹੋ ਗਿਆ ਜਾਂ ਕੁਛ ਹੋ ਗਿਆ, ਤੇ ਫਿਰ ਕਿੰਨੇ ਸਾਰੇ ਰੀਜ਼ਨ ਬਣ ਗਏ। ਤਾਂ ਇੱਦਾਂ ਆਪਾਂ ਪਰਮੇਸ਼ਵਰ ਜੀ ਨੂੰ ਖੁਸ਼ ਨਹੀਂ ਕਰ ਸਕਦੇ। ਇਸ ਲਈ ਆਪਣੇ ਆਪ ਨੂੰ ਤਿਆਰ ਕਰੋ ਕਿ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰਨਾ ਆ, ਚਾਹੇ ਸਾਨੂੰ ਕੁਛ ਵੀ ਕਰਨਾ ਪਏ, ਕੁਛ ਵੀ ਕਰਨਾ ਪੈ ਜੇ, ਅਸੀਂ ਪਰਮੇਸ਼ਵਰ ਨੂੰ ਖੁਸ਼ ਕਰਨਾ ਆ। ਔਰ ਪਰਮੇਸ਼ਵਰ ਨੂੰ ਖੁਸ਼ ਕਰਨ ਦਾ ਹਰ ਨੁਕਤਾ, ਹਰੇਕ ਜਿਹੜਾ ਆ ਉਹ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ। ਉਹ ਤਰੀਕਾ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਕਿ ਤੁਸੀਂ ਕਿੱਦਾਂ ਪਰਮੇਸ਼ਵਰ ਨੂੰ ਖੁਸ਼ ਕਰਨਾ ਆ। ਔਰ ਕਹਿੰਦਾ ਤੁਸੀਂ ਸਰੀਰਕ ਨਹੀਂ ਹੋ, ਸਗੋਂ ਆਤਮਕ ਹੋ। ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ। ਹੁਣ ਬਹੁਤ ਸਾਰੇ ਲੋਕ ਆ, ਜੇ ਉਹਨਾਂ ਨੂੰ ਪੁੱਛਿਆ ਜਾਏ ਹੁਣੇ ਕਿ ਤੁਸੀਂ ਸਰੀਰਕ ਹੋ ਕਿ ਆਤਮਕ ਹੋ, ਤਾਂ ਉਹ ਕਹਿਣਗੇ ਜੀ ਆਤਮਕ। ਜਾਂ ਜੇ ਪੁੱਛਿਆ ਜਾਏ ਕਿ ਆਤਮਕ ਲੋਕੀ ਹੱਥ ਖੜੇ ਕਰੋ, ਤੇ ਸਾਰੀ ਕਾਂਗਰੀਗੇਸ਼ਨ ਨੇ ਕਰ ਦੇਣੇ ਆ। ਪਰ ਵਚਨ ਕੀ ਦੱਸਦਾ ਆ? ਕਹਿੰਦਾ ਤੁਸੀਂ ਸਰੀਰਕ ਨਹੀਂ ਹੋ। ਵਚਨ ਵੀ ਕਹਿੰਦਾ ਤੁਸੀਂ ਸਰੀਰਕ ਨਹੀਂ ਹੋ, ਪਰ ਤੁਸੀਂ ਆਤਮਕ ਹੋ। ਪਰ ਕਿੱਦਾਂ ਆਤਮਕ ਹੋ? ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ। ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਆ, ਤਾਂ ਤੁਸੀਂ ਆਤਮਕ ਹੋ, ਅਦਰਵਾਈਜ਼ ਤੁਸੀਂ ਆਤਮਕ ਨਹੀਂ ਹੋ। ਨਹੀਂ ਤੇ ਤੁਸੀਂ ਆਤਮਕ ਨਹੀਂ ਹੋ। ਹੁਣ ਜੇ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਵੱਸਦਾ ਆ, ਤਾਂ ਫਿਰ ਸਾਡੇ ਕੰਮ ਕਿਹੋ ਜਿਹੇ ਹੋਣਗੇ? ਪਰਮੇਸ਼ਵਰ ਦੇ ਆਤਮਾ ਦੇ ਅਨੁਸਾਰ, ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ, ਪਰਮੇਸ਼ਵਰ ਨੂੰ ਖੁਸ਼ ਕਰਨ ਵਾਲੇ, ਪਰਮੇਸ਼ਵਰ ਜੀ ਦੇ ਵਚਨਾਂ ਦੇ ਉੱਤੇ ਚੱਲਣ ਵਾਲੇ, ਪਰਮੇਸ਼ਵਰ ਜੀ ਦੇ ਵਚਨਾਂ ਦੇ ਅਨੁਸਾਰ। ਪਰ ਜੇਕਰ ਸਾਡੇ ਕੰਮ ਪਰਮੇਸ਼ਵਰ ਦੇ ਪਸੰਦ ਆਉਣ ਵਾਲੇ ਨਹੀਂ ਆ, ਜੇਕਰ ਸਾਡੇ ਕੰਮ ਵਚਨ ਦੇ ਨਾਲ ਮੇਲ ਨਹੀਂ ਖਾਂਦੇ, ਜੇਕਰ ਸਾਡੇ ਕੰਮ ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ ਨਹੀਂ ਆ, ਪਰਮੇਸ਼ਵਰ ਦੇ ਕੰਮਾਂ ਦੇ ਨਾਲ ਮੇਲ ਨਹੀਂ ਖਾਂਦੇ, ਤਾਂ ਇਹਦਾ ਮਤਲਬ ਸਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਆ। ਕਿਉਂਕਿ ਇਹ ਜਿਹੜਾ ਜਿਸਮ ਆ, ਇਹ ਆਤਮਾ ਦਾ ਇੱਕ ਵਸਤਰ ਆ। ਆਤਮਾ ਇਹਦੇ ਅੰਦਰ ਵੱਸਦਾ ਆ। ਔਰ ਜੋ ਆਤਮਾ ਦੇ ਵਿੱਚ ਚੱਲਦਾ ਆ, ਜੋ ਆਤਮਾ ਇਹਨੂੰ ਕਮਾਂਡ ਕਰਦਾ ਆ, ਆਤਮਾ ਇਸ ਜਿਸਮ ਦਾ ਡਰਾਈਵਰ ਆ। ਇਹ ਇੱਦਾਂ ਕਹਿ ਲਓ ਕਿ ਇੱਕ ਗੱਡੀ ਆ। ਇਸ ਗੱਡੀ ਦੇ ਵਿੱਚ ਦੋਹਾਂ ਚੋਂ ਇੱਕ ਬੈਠ ਸਕਦਾ, ਦੋ ਡਰਾਈਵਰ ਅਵੇਲੇਬਲ ਆ। ਜਾਂ ਤਾਂ ਪਰਮੇਸ਼ਵਰ ਦਾ ਆਤਮਾ ਇਸ ਗੱਡੀ ਨੂੰ ਡਰਾਈਵ ਕਰੂਗਾ, ਜਾਂ ਫਿਰ ਮਨੁੱਖ ਦਾ ਆਤਮਾ ਇਸ ਤੁਹਾਡੀ ਗੱਡੀ ਨੂੰ ਜਿਹੜਾ ਆ ਉਹ ਡਰਾਈਵ ਕਰੂਗਾ। ਅਗਰ
परमेश्वर दा आत्मा इहदे अंदर होए तां इह किहड़े राह ते चलेगा? चानण वाले राह ते। पर अगर परमेश्वर दा आत्मा इहदे अंदर नहीं आ तो फिर कंट्रोल किसी होर ने कर लेना, तो फिर ये किधर नूं चलेगा? हनेरे वाले राह ते। जेड़ा इहदे अंदर रहूगा, तुसी देखो अगर किसे भैन ने मान लो घगरा पाया या लहंगा पाया या सूट पाया ला लो, तो अगर जो भी वस्त्र पाए आ, जे उन्हां वस्त्रां दे अंदर इंसान है, इंसान दा दिल करदा मैं चुन्नी नूं इदां करके लै लवां, तो चुन्नी ने इदां ही हो जाना है। ओदा जी करदा चुन्नी गाल च पा लवां तो चुन्नी ने गाल च पै जाना। ओदा जी करदा घगरा फड़ के घुम लवां तो घगरे ने घूमन लग जाना। इदां ते नहीं कि घगरे दी तैह लगी पई सीगी ते घगरा आपे ही घूमन लग गया, चुन्नी आपे ही उड्डण लग गई। इदां ते नहीं। जेड़ा उस कॉस्ट्यूम दे अंदर आ, जेड़ा उस वस्त्रां दे उस ड्रैस दे अंदर आ, ओदी मर्जी आ उस ड्रैस नूं किधर नूं लैके जांदा और की एक्टिविटी करदा ओदे नाल। इसे तरीके दे नाल अगर साडे विच परमेश्वर दा आत्मा आ तो उन्हें उदां ही करना जिद्दां परमेश्वर चाहुंदे आ। अगर साडा दिल पवित्र बाइबल पढ़न दे लई नहीं करदा, इहदा मतलब परमेश्वर दा आत्मा साडे अंदर है नहीं आ। अगर साडा दिल प्रार्थना करन दे लई नहीं करदा तां इहदा मतलब परमेश्वर दा आत्मा साडे अंदर नहीं आ। अगर वचन सुनन दे लई साडा दिल नहीं करदा ते इहदा मतलब परमेश्वर दा आत्मा साडे अंदर नहीं आ। अगर परमेश्वर दी वडियाई करन दा साडा दिल नहीं करदा तां इहदा मतलब साडे अंदर परमेश्वर दा आत्मा नहीं आ। ते बाले लोकां दी कंप्लेन की आ, शिकायत की आ? पास्टर जी प्रार्थना विच साडा दिल बहुत लगदा कि नहीं लगदा? नहीं लगदा। प्रार्थना करने बैठना तो नींद आ गई, प्रार्थना करने बैठा तो लत्तां दुख गईयां, सिर दुख गया, रीढ़ की हड्डी भी उदों ही विंगी हुंदी आ ऑल द टाइम। तो जां उन्होंने कहना जी बचन सानू समझ च नहीं आउंदा, असीं तां अनपढ़ आ, तां होर बहुत सारे एक्सक्यूज़, बहुत सारे बहाने। क्योंकि परमेश्वर दा आत्मा तुहाडे अंदर नहीं आ। पर हुण तुसीं चैक करो तुहाडे अंदर किहड़ा आत्मा आ। टैलीविज़न देखण दा दिल करदा तो तुहाडे अंदर संसार दा आत्मा आ। सिनेमे जाण नूं जी करदा, तुहाडे अंदर संसार दा आत्मा आ। वन सवन्ने थावां ते नाच गाने करन नूं जी करदा तो तुहाडे अंदर संसार दा आत्मा आ। क्योंकि वो काम करन नूं जी करदा जेड़े परमेश्वर तो परे लैके जांदे आ, पर वो काम करन नूं दिल नहीं करदा जेड़े परमेश्वर दे नेड़े लाउंदे आ। इहदा मतलब हले परमेश्वर दा आत्मा साडे अंदर नहीं वसिया। जदों ओदा आत्मा साडे अंदर आ गया, असी कोई भी नॉनसेंस काम करांगे, नॉनसेंस चीज़ देखांगे, अर्थहीन काम करांगे, अर्थहीन चीज़ देखांगे, तां सानू लगना कि असी अपना समा बर्बाद कर रहे हैं। इदों चंगा कि ये समा मैं किसी तरह परमेश्वर दे कम्मां विच बिजी हो जांदा, परमेश्वर दे वचन चों कुछ सीख लैंदा, मैं प्रार्थना कर लैंदा, मैं कुछ किसी दी हैल्प कर दिंदा, किसी नूं वचन दस आउंदा, किसी नूं टैस्टमनी दस आउंदा, तां परमेश्वर दे कम्मां दे लई असीं उत्सुक होना सी। तां अज तुसीं अपने आप नूं चैक करना कि तुहाडे अंदर किहड़ा आत्मा आ, और अपने आप नाल धोखा ना करियो। जे तुसीं अपने आप नूं धोखा देवोगे की खट लोगे, फिर तां तुसीं धोखे विच पए रहोगे। अगर तुहानूं लगे कि तुहाडे विच संसार दा आत्मा आ तो रोण दी कोई गल नहीं, परमेश्वर दा आत्मा अवेलेबल आ। संसार दे आत्मा नूं कढ दिओ और परमेश्वर दे आत्मा नूं मंग लो तो तुहाडे उत्ते आ जाएगा। पर भांडा खाली करना पवेगा। अगर पहलां तो ही भांडा भरिया होया आ तो तुसी होर मटीरियल इहदे विच किद्दां पाओगे? नहीं पएगा। इसलिए तुहानूं भांडा भरना पएगा। और देखो एक इंसान आ, उहदे कोले एक भांडा आ, कह लो एक घड़ा आ एडा क, अगर वो खूह दे कोल जांदा आ और उस भांडे नूं भरदा आ तो उहदा घड़ा भर गया। हुण वो कहंदा भी ये खूह चों भरिया तां मेरा घड़ा भरिया, जे मैं समुंदर विचों इहनूं भरदा तां फिर की भरना सी? घड़े विच पानी किन्ना पैना सी? जिड्डा आकार
ਘੜੇ ਦਾ ਆ। ਉਹਨੂੰ ਲੱਗਦਾ ਖੂਹ ਛੋਟਾ ਆ, ਤਾਂ ਕਰਕੇ ਮੇਰੇ ਕੋਲ ਪਾਣੀ ਘੜੇ 'ਚ ਹੀ ਰਹਿੰਦਾ ਆ। ਜੇ ਕਿਤੇ ਮੈਂ ਸਮੁੰਦਰ ਦੇ ਨੇੜੇ ਵੱਸਦਾ ਹੁੰਦਾ ਫੇਰ ਬੜੀਆਂ ਮੌਜਾਂ ਹੋਣੀਆਂ ਸੀ। ਪਾਣੀ ਖੂਹ ਵਿੱਚ ਵੀ ਤੁਹਾਡੀ ਜ਼ਰੂਰਤ ਨਾਲੋਂ ਵਾਧੂ ਆ, ਔਰ ਸਮੁੰਦਰ ਵਿੱਚ ਤਾਂ ਅਥਾਹ ਆ। ਅਗਰ ਤੁਸੀਂ ਜ਼ਿਆਦਾ ਚਾਹੁੰਦੇ ਆ ਤਾਂ ਤੁਹਾਨੂੰ ਭਾਂਡਾ ਹੀ ਵੱਡਾ ਕਰਨਾ ਪਏਗਾ, ਤੁਹਾਨੂੰ ਆਪਣੀ ਹੀ ਕਾਬਲੀਅਤ ਵਧਾਉਣੀ ਪਏਗੀ। ਪਾਣੀ ਬਥੇਰਾ ਆ। ਜਿੱਥੇ ਖੂਹ ਦੀ ਕਨੈਕਸ਼ਨ ਜੁੜੀ ਹੋਈ ਆ, ਸਮੁੰਦਰ ਦੀ ਕਨੈਕਸ਼ਨ ਵੀ ਉੱਥੇ ਹੀ ਜੁੜੀ ਹੋਈ ਆ। ਹਾਲੇਲੂਇਆ। ਇਸ ਲਈ ਆਪਣੇ ਬਰਤਨਾਂ ਦੇ ਆਕਾਰ ਵੱਡੇ ਕਰੋ ਔਰ ਆਪਣੇ ਬਰਤਨਾਂ ਨੂੰ ਖਾਲੀ ਕਰੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਅੰਮ੍ਰਿਤ ਜਲ ਜਿਹੜਾ ਆ ਉਹ ਤੁਹਾਡੇ ਵਿੱਚ ਤੁਸੀਂ ਸੇਵ ਕਰ ਸਕੋ ਔਰ ਤੁਸੀਂ ਉਹਨੂੰ ਸਟੋਰ ਕਰ ਸਕੋ ਔਰ ਇਸਤੇਮਾਲ ਕਰ ਸਕੋ। ਕਹਿੰਦਾ ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ, ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਆ, ਇਹਦਾ ਮਤਲਬ ਜਿਹੜਾ ਪਵਿੱਤਰ ਆਤਮਾ ਆ ਉਹ ਮਸੀਹ ਦਾ ਆਤਮਾ ਆ। ਇਹਦਾ ਮਤਲਬ ਜਿਹੜਾ ਪਵਿੱਤਰ ਆਤਮਾ ਆ ਉਹ ਪਰਮੇਸ਼ਵਰ ਦਾ ਆਤਮਾ ਆ। ਕਹਿੰਦਾ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਆ ਉਹ ਉਹਦਾ ਨਹੀਂ ਆ। ਜੇ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਆ ਤੇ ਆਪਾਂ ਫਿਰ ਪਰਮੇਸ਼ਵਰ ਦੇ ਨਹੀਂ ਆ। ਪਰ ਜੇ ਅਸੀਂ ਪਰਮੇਸ਼ਵਰ ਦੇ ਆ ਤਾਂ ਫਿਰ ਸਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਣਾ ਵੀ ਲਾਜ਼ਮੀ ਆ। ਫਿਰ ਜ਼ਰੂਰ ਸਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਵੇਗਾ, ਪਰ ਸਾਨੂੰ ਪਰਖ ਕਰਨੀ ਪਊਗੀ ਕਿ ਜਿਹੜਾ ਆਤਮਾ ਸਾਡੇ ਅੰਦਰ ਕੰਮ ਕਰਦਾ ਉਹਦੇ ਕੰਮ ਪਰਮੇਸ਼ਵਰ ਦੇ ਕੰਮਾਂ ਵਰਗੇ ਆ ਜਾਂ ਪਰਮੇਸ਼ਵਰ ਦੇ ਵਿਰੋਧੀ ਦੇ ਕੰਮਾਂ ਵਰਗੇ ਆ। ਫਿਰ ਕਹਿੰਦਾ ਜੇ ਤਾਂ ਕਹਿੰਦਾ ਮਸੀਹ ਦਾ ਆਤਮਾ ਤੁਹਾਡੇ ਵਿੱਚ ਆ, ਫਿਰ ਕਹਿੰਦਾ ਤੁਹਾਡੀ ਦੇਹੀ ਜਿਹੜੀ ਆ ਉਹ ਪਾਪ ਦੇ ਕਾਰਨ ਮਰ ਗਈ ਆ, ਪਰ ਆਤਮਾ ਜਿਹੜਾ ਆ ਉਹ ਧਾਰਮਿਕਤਾ ਦਾ ਕਰਕੇ ਮਸੀਹ ਦਾ ਕਰਕੇ ਜਿੰਦਾ ਆ। ਜੇ ਪਰਮੇਸ਼ਵਰ ਦਾ ਆਤਮਾ ਆ ਸਾਡੇ ਅੰਦਰ, ਫਿਰ ਉਹ ਕਹਿੰਦਾ ਤੁਸੀਂ ਪਾਪ ਵੱਲੋਂ ਮਰ ਗਏ ਆ। ਫਿਰ ਤੁਸੀਂ ਚੁਗਲੀਆਂ ਕਰਨ ਤੋਂ ਡਰਨਾ ਆ, ਫਿਰ ਤੁਸੀਂ ਕਿਸੇ ਨਾਲ ਧੱਕਾ ਕਰਨ ਤੋਂ ਡਰ ਲੱਗਣਾ, ਤੁਹਾਨੂੰ ਕਿਸੇ ਨਾਲ ਧੋਖਾ ਕਰਨ ਤੋਂ ਤੁਹਾਨੂੰ ਡਰ ਲੱਗਣਾ, ਕਿਸੇ ਦੀ ਜੇਬ ਚੋਂ 100 ਰੁਪਈਆ ਕੱਢਣ ਤੋਂ ਤੁਹਾਨੂੰ ਡਰ ਲੱਗਣਾ, ਚੋਰੀ ਕਰਨ ਤੋਂ ਡਰ ਲੱਗਣਾ, ਕਿਸੇ ਦੇ ਖੱਤੇ ਚੋਂ ਚੋਰੀ ਛੱਲੀਆਂ ਤੋੜਨ ਤੋਂ ਵੀ ਡਰ ਲੱਗਣਾ, ਸਾਗ ਤੋੜਨ ਤੋਂ ਵੀ ਡਰ ਲੱਗਣਾ। ਚੋਰੀ ਤਾਂ ਚੋਰੀ ਆ, ਚਾਹੇ ਉਹ ਕੱਖ ਦੀ ਹੋਏ ਤੇ ਜਾਂ ਫਿਰ ਲੱਖ ਦੀ ਹੋਏ। ਤਾਂ ਫਿਰ ਸਾਨੂੰ ਹਰ ਗਲਤੀ ਕਰਨ ਤੋਂ ਭੈ ਆਉਣਾ ਆ, ਕਿਉਂਕਿ ਫਿਰ ਸਾਡੀ ਬਾਡੀ ਪਾਪ ਵੱਲੋਂ ਮਰ ਗਈ ਆ। ਫਿਰ ਇਸ ਜਿਸਮ ਦਾ ਜੀ ਨਹੀਂ ਕਰਨਾ ਵੀ ਇਹਦੇ ਹਿੱਸੇ ਦੀ ਚੀਜ਼ ਵੀ ਮੈਂ ਹੀ ਖਾ ਲਵਾਂ। ਫਿਰ ਇੱਦਾਂ ਦਿਲ ਕਰਨਾ ਵੀ ਜੇ ਮੇਰੇ ਕੋਲੇ 1 ਲੱਡੂ ਆ ਮੈਂ ਇਹਦੇ 4 ਹਿੱਸੇ ਕਰਕੇ ਵੰਡ ਲੈਣਾ ਆ। ਪਰ ਜੇ ਇੱਦਾਂ ਨਹੀਂ ਆ, ਮਸੀਹ ਦਾ ਆਤਮਾ ਸਾਡੇ ਵਿੱਚ ਨਹੀਂ ਆ, ਫਿਰ ਜੇ ਕੋਈ ਆਪਣਾ ਰੱਖ ਕੇ ਗਿਆ ਤੁਸੀਂ ਕਹਿਣਾ ਉਹਦੇ ਆਉਂਦਿਆਂ ਨੂੰ ਫੱਟੇ ਚੱਕ ਦਿਓ, ਕਰ ਦਿਓ ਕੰਮ ਇਹਦਾ। ਤਾਂ ਸਾਨੂੰ ਪਤਾ ਲੱਗ ਜਾਣਾ ਸਾਡੇ ਵਿੱਚ ਕਿਹੜਾ ਆਤਮਾ ਕੰਮ ਕਰਦਾ ਆ। ਤਾਂ ਅੱਜ ਤੁਸੀਂ ਇਸ ਚੀਜ਼ ਨੂੰ ਸਮਝਣਾ ਆ ਕਿ ਸਾਡੇ ਵਿੱਚ ਕਿਹੜਾ ਆਤਮਾ ਕੰਮ ਕਰਦਾ। ਵੀ ਸਾਨੂੰ ਦੂਜਿਆਂ ਦੀਆਂ ਚੀਜ਼ਾਂ ਹੜੱਪ ਲਈਏ, ਸਾਡਾ ਜੀ ਕਰਦਾ ਕਿ ਆਪਣੀਆਂ ਵੀ ਸ਼ੇਅਰ ਕਰੀਏ, ਉਹਨਾਂ ਦੇ ਨਾਲ ਵੰਡੀਏ, ਇਹ ਜੀ ਕਰਦਾ ਆ। ਅਗਰ ਤਾਂ ਮਸੀਹ ਦਾ ਆਤਮਾ ਆ ਫਿਰ ਤੁਹਾਡਾ ਜਿਹੜਾ ਦਿਲ ਆ ਉਹ ਸ਼ੇਅਰਿੰਗ ਵਾਲਾ ਹੋਣਾ, ਵੰਡਣ ਵਾਲਾ ਹੋਣਾ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਜਿਹੜੇ ਉਹਦੇ ਬਚਨ ਆ, ਜਿਹੜੇ ਉਹਦੇ ਚੇਲਿਆਂ ਦੇ ਬਚਨ ਆ, ਜਿਹੜਾ ਪਾਕ ਰੂਹ ਦਾ ਸੁਭਾਅ ਆ, ਤਾਂ ਬਾਈਬਲ ਦੇ ਵਿੱਚ ਲਿਖਿਆ ਜੇ ਤੇਰੇ ਕੋਲੇ 1 ਝੱਗਾ ਆ, ਜੇ 2 ਤੇ 1 ਵੰਡ ਦੇ। ਜੇ 1 ਤੂੰ ਪਾਇਆ ਆ, ਜੇ ਕੋਈ ਤੇਰੇ ਤੋਂ ਮੰਗਦਾ ਕਹਿੰਦਾ ਦੇਣੋਂ ਨਾ ਕਰੀ, ਦੇ ਦੇ। ਜੇ ਕਹਿੰਦਾ ਖੋ ਕੇ ਲੈ ਜਾਵੇ ਤਾਂ ਵਾਪਸ ਨਾ ਮੰਗੀ। ਕਿੰਨਾ ਸ਼ੇਅਰਿੰਗ ਨੇਚਰ ਆ, ਕਿੰਨਾ ਵੰਡਣ ਵਾਲਾ ਸੁਭਾਅ ਆ। ਤਾਂ ਅਸੀਂ ਦੇਖਣਾ ਕਿ ਸਾਡਾ ਦਿਲ ਕੀ ਕਰਦਾ ਕਿ ਜਿਹੜਾ ਇਹਦਾ ਪਾਇਆ ਰੱਬ ਕਰਕੇ ਮੇਰਾ ਹੀ ਹੋ ਜਾਵੇ, ਕਿ ਜੇ ਇਹਦੇ ਕੋਲ ਹੈ ਨਹੀਂ ਆ ਤਾਂ ਮੈਂ ਥੋੜਾ ਇਹਨੂੰ ਵੀ ਦੇ ਦੇਵਾਂ ਤੇ ਥੋੜਾ ਆਪ ਰੱਖ ਲਵਾਂ, ਵੰਡ ਲਈਏ। ਤਾਂ ਸਾਨੂੰ ਅੱਜ ਸਮਝਣਾ ਆ ਕਿ ਕਿਹੜਾ ਆਤਮਾ ਸਾਡੇ ਅੰਦਰ ਕੰਮ ਕਰਦਾ। ਔਰ ਅੱਗੇ ਅਸੀਂ ਦੇਖਾਂਗੇ ਅਗਰ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਹੋਇਆ ਤਾਂ ਉਹ ਕਿੰਨਾ ਪਾਵਰਫੁਲ ਹੋ ਸਕਦਾ ਔਰ ਕੀ ਕੁਝ ਕਰ ਸਕਦਾ ਆ। ਔਰ ਕਹਿੰਦਾ ਜੇ ਅਸੀਂ ਪਾਪ ਵੱਲੋਂ ਮਰ ਗਏ ਆ ਫਿਰ ਸਾਡਾ ਆਤਮਾ ਧਰਮ ਦੇ ਕਾਰਨ ਜੀਵਤ ਆ। ਫਿਰ ਸਾਡਾ ਆਤਮਾ ਪਰਮੇਸ਼ਵਰ ਦੀ ਧਾਰਮਿਕਤਾ ਦਾ ਕਰਕੇ ਜਿੰਦਾ ਆ। ਕਹਿੰਦਾ ਜੇ ਉਹਦਾ ਆਤਮਾ ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਤੁਹਾਡੇ ਵਿੱਚ ਵੱਸਦਾ ਆ, ਤਾਂ ਜਿਹਨੇ
ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ, ਉਹ ਆਪਣੇ ਆਤਮਾ ਦੇ ਵਸੀਲੇ ਤੁਹਾਡੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ, ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਿਵਾਏਗਾ। ਅਗਰ ਸੱਚੀ ਤੁਹਾਡੇ ਵਿੱਚ ਉਹੀ ਆਤਮਾ ਵਸਦਾ ਜਿਹੜਾ ਪਵਿੱਤਰ ਆਤਮਾ ਖਵਾਉਂਦਾ ਆ, ਜਿਹੜਾ ਪਾਕ ਰੂਹ ਆ, ਜਿਹੜਾ ਮਸੀਹ ਯਿਸੂ ਦੇ ਜਿਸਮ ਦੇ ਅੰਦਰ ਸੀ, ਔਰ ਉਸ ਆਤਮਾ ਦੇ ਵਿੱਚ ਇੰਨੀ ਸਾਮਰਥ ਸੀ, ਵਚਨ ਦੇ ਵਿੱਚ ਲਿਖਿਆ ਕਿ ਉਹਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਰਦਿਆਂ ਦੇ ਵਿੱਚੋਂ ਜਿਵਾਲ ਦਿੱਤਾ। ਕਹਿੰਦਾ ਅਗਰ ਸੱਚੀ ਤੁਹਾਡੇ ਵਿੱਚ ਉਹੀ ਆਤਮਾ ਵੱਸਦਾ ਆ ਤਾਂ ਤੁਹਾਨੂੰ ਵੀ ਮਰਨਹਾਰ ਜਿਹੜੀਆਂ ਦੇਹੀਆਂ ਇਹਨਾਂ ਦੇ ਵਿੱਚ ਉਹ ਜਿੰਦਿਆਂ ਕਰ ਦੂਗਾ ਆਤਮਿਕ ਤੌਰ ਤੇ। ਹਾਲੇਲੂਇਆ। ਇਦਾਂ ਹੀ ਆ, ਕਹਿੰਦਾ ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਿਵਾਏਗਾ। ਤੁਸੀਂ ਸੋਚੋ, ਪ੍ਰਭੂ ਯਿਸੂ ਮਸੀਹ ਦਾ ਆਤਮਾ ਸਾਡੇ ਅੰਦਰ ਆਉਣ ਦੇ ਲਈ ਤਿਆਰ ਹੈ। ਪ੍ਰਭੂ ਯਿਸੂ ਮਸੀਹ ਦਾ ਆਤਮਾ ਸਾਡੇ ਵਿੱਚ ਵਸਣ ਦੇ ਲਈ ਤਿਆਰ ਹੈ, ਔਰ ਪਰਮੇਸ਼ਵਰ ਨੇ ਅਲਾਓ ਕੀਤਾ ਹੈ, ਪਰਮੇਸ਼ਵਰ ਨੇ ਇਜਾਜ਼ਤ ਦਿੱਤੀ ਹੈ ਕਿ ਮਸੀਹ ਦਾ ਆਤਮਾ ਸਾਡੇ ਅੰਦਰ ਵਸ ਜਾਏ ਔਰ ਰਹਿ ਜਾਏ। ਸਗੋਂ ਪਰਮੇਸ਼ਵਰ ਦੀ ਇੱਛਾ ਹੀ ਇਹ ਆ ਕਿ ਪਰਮੇਸ਼ਵਰ ਦੇ ਚੁਣੇ ਹੋਏ ਮਨੁੱਖ ਮਸੀਹ ਦੇ ਆਤਮਾ ਦੇ ਨਾਲ ਭਰੇ ਹੋਏ ਹੋਣ। ਤੇ ਹੁਣ ਤੁਸੀਂ ਇਹ ਸੋਚੋ ਕਿ ਜਿਹੜਾ ਆਤਮਾ ਮਸੀਹ ਯਿਸੂ ਜੀ ਦੇ ਅੰਦਰ ਵਸਦਾ ਸੀ, ਉਹ ਕਿੰਨਾ ਪਾਵਰਫੁਲ ਆਤਮਾ ਸੀ, ਕਿੰਨਾ ਪਾਵਰਫੁਲ ਕਿ ਅੰਨਿਆਂ ਦੀਆਂ ਅੱਖਾਂ ਨੂੰ ਛੂਹਿਆ ਤੇ ਅੰਨੇ ਦੇਖਣ ਲੱਗ ਗਏ, ਕੋੜੀ ਨੂੰ ਟੱਚ ਕੀਤਾ ਤੇ ਕੋੜੀ ਸ਼ੁੱਧ ਹੋ ਗਿਆ। ਕਿਸੇ ਨੇ ਆਪਣੇ ਅੰਦਰ ਹੀ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਮਸੀਹ ਦਾ ਪੱਲਾ ਛੂ ਲਿਆ ਤੇ ਉਹ ਚੰਗੀ ਹੋ ਗਈ। ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਲਾਜ਼ਰ ਕਬਰ ਚੋਂ ਬਾਹਰ ਆ ਜਾ, ਤੇ ਲਾਜ਼ਰ ਕਬਰ ਚੋਂ ਬਾਹਰ ਆ ਗਿਆ। ਜੈਰੁਸ ਦੀ ਧੀ ਜ਼ਿੰਦਾ ਹੋ ਗਈ, ਕੰਗਾਲ ਵਿਧਵਾ ਦਾ ਬੇਟਾ ਜੀ ਉਠਿਆ, ਤੇ ਹੋਰ ਕਿੰਨੇ ਸਾਰੇ ਚਮਤਕਾਰ ਹੋਏ ਪ੍ਰਭੂ ਯਿਸੂ ਮਸੀਹ ਦੇ ਆਤਮਾ ਦੇ ਦੁਆਰਾ। ਕਿਉਂਕਿ ਜਿਹੜਾ ਜਿਸਮ ਆ ਉਹ ਤਾਂ ਇੱਕ ਵਸਤਰ ਆ, ਪਰ ਉਹਦੇ ਅੰਦਰ ਇੱਕ ਆਤਮਾ ਆ ਜਿਹੜਾ ਉਸ ਬੋਡੀ ਨੂੰ ਲਈ ਫਿਰਦਾ। ਤੇ ਅਗਰ ਉਹੀ ਆਤਮਾ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦਾ ਆਤਮਾ ਆ ਉਹ ਸਾਡੇ ਅੰਦਰ ਆ ਜਾਏ ਤਾਂ ਸਾਡੇ ਛੂਹਣ ਦੇ ਨਾਲ ਕੀ ਹੋਊਗਾ? ਰੋਗੀ ਚੰਗੇ ਹੋ ਜਾਣਗੇ, ਕੋੜੀ ਸ਼ੁੱਧ ਹੋ ਜਾਣਗੇ, ਲੰਗੜੇ ਤੁਰਨ ਲੱਗ ਪੈਣਗੇ, ਤੇ ਸਾਡੇ ਫੈਸਲੇ ਸਹੀ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਔਰ ਉਹ ਆਤਮਾ ਕਿੰਨਾ ਮਸਾ ਦੇ ਨਾਲ ਭਰਿਆ ਹੋਇਆ ਆਤਮਾ ਹੈ। ਪਰ ਇੱਥੇ ਅਗਰ ਲਿਖਿਆ ਆ ਕਿ ਉਹੀ ਆਤਮਾ ਤੁਹਾਡੇ ਵਿੱਚ ਆ, ਤਾਂ ਇਹਦਾ ਮਤਲਬ ਉਹ ਆਤਮਾ ਸਾਡੇ ਅੰਦਰ ਆ ਸਕਦਾ ਆ। ਤੇ ਹੁਣ ਸਾਨੂੰ ਅਗਰ ਅਸੀਂ ਕੁਝ ਮੰਗਣਾ ਆ ਤਾਂ ਫਿਰ ਸਾਨੂੰ ਕੀ ਮੰਗਣਾ ਚਾਹੀਦਾ ਪਰਮੇਸ਼ਵਰ ਤੋਂ? ਹਾਂਜੀ, ਪਵਿੱਤਰ ਆਤਮਾ ਮੰਗੋ। ਪ੍ਰਭੂ ਸਾਨੂੰ ਉਹ ਆਤਮਾ ਮਿਲੇ ਜਿਹੜਾ ਮਸੀਹ ਯਿਸੂ ਦਾ ਆਤਮਾ ਆ। ਪ੍ਰਭੂ ਜੀ ਉਹ ਆਤਮਾ ਮਿਲੇ ਜਿਹੜਾ ਤੁਸੀਂ ਕਿਹਾ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ। ਪ੍ਰਭੂ ਮੈਨੂੰ ਉਹ ਆਤਮਾ ਮਿਲ ਜਾਏ ਜਿਸ ਆਤਮਾ ਨੂੰ ਸਭ ਨਜ਼ਰ ਆਉਂਦਾ ਆ। ਆਉਣ ਵਾਲੇ ਸਮੇਂ ਦੇ ਬਾਰੇ ਵਿੱਚ ਵੀ ਉਸ ਆਤਮਾ ਨੂੰ ਸਭ ਨਜ਼ਰ ਆਉਂਦਾ। ਪ੍ਰਭੂ ਯਿਸੂ ਮਸੀਹ ਨੇ ਭਵਿੱਖਬਾਣੀਆਂ ਕੀਤੀਆਂ ਸੀ ਨਾ ਕਿ ਅੰਤ ਦਿਨਾਂ ਦੇ ਵਿੱਚ ਕੀ ਹੋਏਗਾ। ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਭ ਕੁਝ ਪਹਿਲਾਂ ਹੀ ਖੋਲ ਕੇ ਦੱਸ ਦਿੱਤਾ ਸੀ। ਕੌਣ ਉਹਨੂੰ ਫੜਾਏਗਾ, ਉਹ ਇੱਥੇ ਅਵੇਲੇਬਲ ਹੈਗਾ ਕਿ ਨਹੀਂ ਹੈਗਾ, ਉਹ ਲੋਕੀ ਆ ਰਹੇ ਆ, ਇੱਥੇ ਪਹੁੰਚ ਗਏ, ਅੱਜ ਹੋਏਗਾ, ਇੱਦਾਂ ਹੋਏਗਾ। ਤਾਂ ਸਾਰੀਆਂ ਚੀਜ਼ਾਂ ਇੱਥੋਂ ਤੱਕ ਪਤਰਸ ਨੂੰ ਕਿਹਾ ਜਦ ਤੱਕ ਮੁਰਗਾ 3 ਵਾਰੀ ਬਾਂਗ ਨਾ ਦੇ ਦੇ, ਕਹਿੰਦਾ ਤੂੰ ਮੇਰਾ ਇਨਕਾਰ ਕਰ ਦੇਂਗਾ। ਹਾਲੇਲੂਇਆ। ਤਾਂ ਉਹ ਆਤਮਾ ਜਦੋਂ ਸਾਡੇ ਅੰਦਰ ਆ ਜਾਏ ਤਾਂ ਤੁਹਾਡੇ ਨੈਕਸਟ ਤੁਹਾਡੀ ਲਾਈਫ 'ਚ ਕੀ ਹੋਣ ਵਾਲਾ ਤੁਹਾਨੂੰ ਸਾਰਾ ਕੁਝ ਸਮਝ ਆਉਣ ਲੱਗ ਜਾਣਾ। ਤਾਂ ਤੁਸੀਂ ਇਹ ਸੋਚੋ, ਅਗਰ ਤੁਹਾਨੂੰ 2-2.5 ਲੱਖ ਰੁਪਏ ਦਾ ਸੋਫਾ ਮਿਲ ਜਾਏ ਆਰਾਮ ਨਾਲ ਬੈਠਣ ਵਾਸਤੇ, ਔਰ ਉਹ ਰਿਕਲਾਈਨਰ ਹੋਏ, ਰਿਕਲਾਈਨਰ ਮੀਨਸ ਕਿ ਉਹਦੀਆਂ ਲੱਤਾਂ ਜੀਆਂ ਨਿਕਲ ਆਉਂਦੀਆਂ ਅੱਗੇ ਨੂੰ, ਤੇ ਤੁਸੀਂ ਆਰਾਮ ਨਾਲ ਲੰਬੇ ਉਹਦੇ ਉੱਤੇ ਰੈਸਟ ਕਰ ਸਕਦੇ ਆ। ਅਗਰ ਤੁਹਾਨੂੰ ਇੰਨਾ ਮਹਿੰਗਾ ਸੋਫਾ ਮਿਲ ਜਾਏ, ਤੁਸੀਂ ਉਹਦੇ ਨਾਲ ਜ਼ਿਆਦਾ ਖੁਸ਼ ਹੋਵੋਗੇ ਕਿ ਪਵਿੱਤਰ ਆਤਮਾ ਤੁਹਾਨੂੰ ਮਿਲ ਜਾਏ ਤੁਸੀਂ ਉਹਦੇ ਨਾਲ ਜ਼ਿਆਦਾ ਖੁਸ਼ ਹੋਵੋਗੇ? ਸੱਚ ਸੱਚ ਬੋਲਿਓ। ਪਵਿੱਤਰ ਆਤਮਾ, ਕਿਉਂਕਿ ਸੋਫੇ ਤੇ ਪੈ ਕੇ ਵੀ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਆ, ਪਰ ਪਾਕ ਰੂਹ ਨੂੰ ਪਾ ਕੇ ਤੁਹਾਡੀਆਂ ਸਾਰੀਆਂ ਚਿੰਤਾ ਖਤਮ ਹੋ ਜਾਣਗੀਆਂ ਮਸੀਹ ਯਿਸੂ ਦੇ ਨਾਮ ਦੇ ਵਿੱਚ। ਹੋ ਸਕਦਾ ਤੁਹਾਡੇ ਕੋਲੇ ਲੱਖਾਂ ਦੇ ਗੱਦੇ ਹੋਣ,
और लखां दे बैड होण, पर ਉਹਦੇ ਉੱਤੇ ਵੀ ਤੁਸੀਂ ਬਿਮਾਰੀ ਦੀ ਅਵਸਥਾ ਵਿੱਚ ਹੋ ਸਕਦੇ, ਉਹਦੇ ਉੱਤੇ ਵੀ ਤੁਸੀਂ ਦੁੱਖ ਦੀ ਅਵਸਥਾ 'ਚ ਹੋ ਸਕਦੇ, ਉਹਦੇ ਉੱਤੇ ਵੀ ਤੁਸੀਂ ਆਪਣੇ ਪਤੀ ਨਾਲ ਝਗੜਾ ਕਰਕੇ ਲੰਮੇ ਪਏ ਹੋ ਸਕਦੇ ਆ। ਪਰ ਅਗਰ ਪਾਕ ਰੂਹ ਤੁਹਾਡੇ ਵਿੱਚ ਆ, ਤੁਹਾਡੇ ਦੁੱਖ ਮੁੱਕ ਜਾਣਗੇ, ਤੁਹਾਡੀਆਂ ਲੜਾਈਆਂ ਮੁੱਕ ਜਾਣਗੀਆਂ, ਔਰ ਤੁਹਾਨੂੰ ਲਾਣੇ ਮੰਜਿਆਂ ਦੇ ਉੱਤੇ ਵੀ ਸ਼ਾਂਤੀ ਦੇ ਨਾਲ ਮਿੱਠੀ ਨੀਂਦ ਆਏਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਇਸ ਲਈ ਅਸੀਂ ਸਰੀਰਕ ਨਹੀਂ, ਅਸੀਂ ਸਰੀਰ ਦੀ ਆਰਾਧਨਾ ਨਹੀਂ ਕਰਨੀ, ਅਸੀਂ ਆਤਮਿਕ ਬਣਨਾ ਔਰ ਮਸੀਹ ਯਿਸੂ ਦੇ ਆਤਮਾ ਦੇ ਨਾਲ ਭਰਨਾ ਆ। ਰਸੂਲਾਂ ਦੇ ਕੰਮ ਉਹਦਾ 1 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ 'ਚ ਇੱਦਾਂ ਲਿਖਿਆ ਆ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤਿੱਕਰ ਮੇਰੇ ਗਵਾਹ ਹੋਵੋਗੇ। ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਕੀ ਹੋ ਜਾਏਗਾ? ਤੁਸੀਂ ਸ਼ਕਤੀ ਪਾਓਗੇ। ਸ਼ਕਤੀ, ਸ਼ਕਤੀ ਹੀ ਤਾਂ ਮਨੁੱਖ ਚਾਹੁੰਦਾ। ਬਦਾਮ ਕਹਿੰਦੇ ਖਾ ਲਓ ਜੀ, ਤੁਸੀਂ ਤਕੜੇ ਹੋ ਜਾਓਗੇ। ਘੋਟ ਕੇ ਪੀ ਲਓ, ਤਕੜੇ ਹੋ ਜਾਓਗੇ। ਜਿਮ ਜਾਇਆ ਕਰੋ, ਤਕੜੇ ਹੋ ਜਾਓਗੇ। ਕੁਸ਼ਤੀਆਂ ਕਰੋ, ਤਕੜੇ ਹੋ ਜਾਓਗੇ। ਪ੍ਰੈਕਟਿਸ ਕਰੋ, ਤਕੜੇ ਹੋ ਜਾਓਗੇ। ਤਕੜੇ ਹੀ ਤਾਂ ਹੋਣ ਦਾ ਸਾਰਾ ਚੱਕਰ ਆ। ਤੇ ਕਈ ਵਿਚਾਰੇ ਮੜਕੂ ਜਿਹੇ ਹੁੰਦੇ ਆ, ਪਰ ਲੋਕੀ ਕਹਿਣਗੇ ਇਹ ਬੜਾ ਤਕੜਾ ਬੰਦਾ ਆ। ਕਿਉਂ? ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਆ। ਤਾਂ ਉਹਨਾਂ ਨੂੰ ਪਤਾ ਕਿ ਇਹਦਾ ਪੈਸਾ ਇਹਦੀ ਤਾਕਤ ਆ, ਤਾਂ ਉਹ ਮੜਕੂ ਜਿਹੇ ਨੂੰ ਕਹੀ ਜਾਣਗੇ ਇਹ ਬੜਾ ਤਕੜਾ ਆ। ਇੱਕ ਬੰਦਾ ਮਾਤੜ ਜਿਹਾ ਬੰਦਾ, ਉਹਦੇ ਘਰੇ ਮਤਲਬ ਕੋਈ ਕੋਠੀ ਨਹੀਂ ਆ, ਕੋਈ ਕਾਰ ਨਹੀਂ ਆ, ਪਰ ਉਹਦੇ ਡੋਲੇ ਢੂਲੇ ਚੰਗੇ ਆ, ਤਾਂ ਉਹਨੂੰ ਕਹਿੰਦੇ ਇਹ ਬੜਾ ਤਕੜਾ ਆ। ਇੱਕ ਪਾਸੇ ਮੜਕੂ ਜਿਹਾ ਕਹਿੰਦੇ ਇਹ ਵੀ ਬੜਾ ਤਕੜਾ ਆ। ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਐਕਚੁਅਲ 'ਚ ਤਕੜਾ ਕਿਹਨੂੰ ਕਹਿੰਦੇ ਹੋ। ਇੱਦਾਂ ਹੀ ਹੁੰਦੀ ਨਾ, ਇੱਕ ਬਰੀਕ ਜਿਹਾ ਉਹ ਵੀ ਤਕੜਾ, ਇੱਕ ਚੰਗਾ ਥੰਮ ਵਰਗਾ ਉਹ ਵੀ ਤਕੜਾ। ਤਾਂ ਮਤਲਬ ਤੁਸੀਂ ਤਕੜਾ ਦੇਖਿਆ ਕਿ ਉਹਦੀ ਪਾਵਰ ਕਿੱਥੇ ਆ ਔਰ ਉਹਦੀ ਪਾਵਰ ਕਿੱਥੇ ਆ, ਪਰ ਤੁਸੀਂ ਇਹ ਨਹੀਂ ਦੇਖਿਆ ਕਿ ਸੋਰਸ ਆਫ ਪਾਵਰ ਕਿੱਥੇ ਆ, ਸ਼ਕਤੀ ਆ ਕਿੱਥੋਂ ਰਹੀ ਆ, ਐਕਚੁਅਲ 'ਚ ਪਾਵਰ ਕੀ ਆ, ਐਕਚੁਅਲ 'ਚ ਸ਼ਕਤੀ ਕੀ ਆ। ਔਰ ਇੱਥੇ ਲਿਖਿਆ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ। ਫਿਰ ਉਹ ਬੱਚੇ ਹੋਣ, ਬੁੱਢੇ ਹੋਣ, ਬੁੱਢੇ ਹੁਣ ਜਿਮ ਨੂੰ ਜਾਊਗੇ ਤਾਂ ਕਹਿਣਗੇ ਗੋਡੇ ਤੜਾਉਣੇ ਆ, ਪਰ ਜਦ ਪਵਿੱਤਰ ਆਤਮਾ ਆਏਗਾ ਤੇ ਉਹ ਸ਼ਕਤੀ ਪਾਉਣਗੇ। ਉਹਨਾਂ ਦਾ ਜਿਸਮ ਵੀ ਜਿਹੜਾ ਆ, ਉਹਨਾਂ ਦੀਆਂ ਹੱਡੀਆਂ, ਉਹਨਾਂ 'ਚ ਜਾਨ ਆਏਗੀ, ਉਹਨਾਂ ਦੀਆਂ ਮਾਸਪੇਸ਼ੀਆਂ 'ਚ ਜਾਨ ਆਏਗੀ। ਉਹ ਹੁੱਸੇ ਹੋਏ ਨਹੀਂ ਰਹਿਣਗੇ, ਪਰ ਨਵੇਂ ਸਿਰਿਓਂ ਬਲ ਪ੍ਰਾਪਤ ਕਰ ਲੈਣਗੇ। ਵਚਨ ਦੇ ਵਿੱਚ ਲਿਖਿਆ ਕਹਿੰਦਾ ਜਵਾਨ ਹੁੱਸ ਜਾਣਗੇ ਤੇ ਥੱਕ ਜਾਣਗੇ, ਪਰ ਜਿਹੜੇ ਯਹੋਵਾ ਉੱਤੇ ਭਰੋਸਾ ਰੱਖਣਗੇ ਕੀ ਹੋਏਗਾ? ਨਵੇਂ ਸਿਰਿਓਂ ਬਲ ਪਾਉਣਗੇ। ਔਰ 103 ਨੰਬਰ ਜ਼ਬੂਰ ਦੇ ਵਿੱਚ ਲਿਖਿਆ ਕਹਿੰਦਾ ਮੈਂ ਤੇਰੀ ਜਵਾਨੀ ਨੂੰ ਨਵਾਂ ਕਰਾਂਗਾ। ਉਹ ਰੀਨਿਊ ਕਰ ਦੇਗਾ ਸਾਰਾ ਕੁਝ। ਤਾਂ ਜਦੋਂ ਪਵਿੱਤਰ ਆਤਮਾ ਆਵੇਗਾ ਅਸੀਂ ਸ਼ਕਤੀ ਦੇ ਨਾਲ ਭਰ ਜਾਵਾਂਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤਿੱਕਰ ਮੇਰੇ ਗਵਾਹ ਹੋਵੋਗੇ। ਹਰ ਥਾਂ ਤੇ, ਹਰ ਪਾਸੇ ਨੂੰ ਅਸੀਂ ਪਰਮੇਸ਼ਵਰ ਦੇ ਗਵਾਹ ਬਣ ਜਾਵਾਂਗੇ ਕਿ ਹਾਂ ਪਰਮੇਸ਼ਵਰ ਤੋਂ ਮੈਂ ਸ਼ਕਤੀ ਪ੍ਰਾਪਤ ਕੀਤੀ ਆ, ਹਾਂ ਮੇਰੇ ਪਰਮੇਸ਼ਵਰ ਨੇ ਮੇਰਾ ਜੀਵਨ ਬਦਲਿਆ, ਹਾਂ ਮੇਰਾ ਪਰਮੇਸ਼ਵਰ ਇਹ ਕਰਨ ਦੀ ਤਾਕਤ ਰੱਖਦਾ, ਮੇਰਾ ਪਰਮੇਸ਼ਵਰ 'ਚ ਉਹ ਵੀ ਕਰਨ ਦੀ ਤਾਕਤ ਹੈ। ਔਰ ਮੇਰਾ ਪਰਮੇਸ਼ਵਰ ਤਾਕਤਵਰ ਪਰਮੇਸ਼ਵਰ ਆ, ਜ਼ਿੰਦਾ ਪਰਮੇਸ਼ਵਰ ਆ, ਜ਼ਲਾਲੀ ਪਰਮੇਸ਼ਵਰ ਆ, ਔਰ ਇੱਕੋ ਇੱਕ ਸਾਮਰਥੀ ਮੁਕਤੀ ਦੇਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਹੁਣ ਸ਼ਕਤੀ, ਅਸੀਂ ਸ਼ਕਤੀ ਗਿਣਦੇ ਹਾਂ ਜਿਸ ਸ਼ਕਤੀ ਨਾਲ ਕਿਸੇ ਦੀਆਂ ਨਾਸਾਂ ਭੰਨ ਦਿਓ, ਕਿਸੇ ਦੀਆਂ ਬਾਹਾਂ ਤੋੜ ਦਿਓ, ਕਿਸੇ ਦੀਆਂ ਲੱਤਾਂ ਤੋੜ ਦਿਓ, ਕਿਸੇ ਨੂੰ ਧੱਕਾ ਮਾਰ ਦਿਓ, ਜਾਂ ਕੁਇੰਟਲ ਸਾਰਾ ਭਾਰ ਚੱਕ ਲਓ, ਡੰਡ ਮਾਰ ਲਓ, ਬੈਠਕਾਂ ਮਾਰ ਲਓ, ਤੇ ਅਸੀਂ ਉਸ ਚੀਜ਼ ਨੂੰ ਸ਼ਕਤੀ ਸਮਝਦੇ ਹਾਂ। ਪਰ ਜਿਹੜੀ ਪਾਕ ਰੂਹ ਦੀ ਸ਼ਕਤੀ ਆ ਉਹ ਟੋਟਲੀ ਡਿਫਰੈਂਟ ਆ। ਪਰ ਹੈ ਉਹਦੇ ਵਿੱਚ ਬਲ ਵੀ ਹੈ, ਉਹਦੇ ਵਿੱਚ ਜ਼ੋਰ ਵੀ ਹੈ, ਉਹਦੇ ਵਿੱਚ ਬੁੱਧ ਵੀ ਹੈ। ਜਿਹੜੀ ਸ਼ਕਤੀ ਨੂੰ ਇਨਸਾਨ ਸ਼ਕਤੀ ਕਹਿੰਦਾ ਨਾ, ਉਹ 'ਚ ਸਿਰਫ ਬਲ ਆ, ਹੋਰ ਕੁਛ ਨਹੀਂ। ਬੁੱਧ ਹੈ ਨਹੀਂ ਉਹਦੇ ਵਿੱਚ, ਕੋਈ ਅਨੋਇੰਟਿੰਗ ਹੈ ਨਹੀਂ। ਔਰ ਬਲ ਵੀ ਕਿੰਨਾ ਕੁ? ਬਸ ਜਿੰਨਾ ਕੁ ਇਨਸਾਨ ਓਨਾ ਕੁ ਬਲ, ਜਿੰਨਾ ਕੁ ਧਨ ਓਨਾ ਕੁ ਬਲ, ਜਿੱਡਾ ਕੁ ਅਹੁਦਾ ਓਡਾ ਕੁ ਬਲ, ਬਸ ਇਹ ਤੋਂ ਵੱਧ ਨਹੀਂ। ਪਰ ਜਿਹੜੀ ਪਾਕ ਰੂਹ ਦੀ ਸ਼ਕਤੀ ਆ, ਤੁਸੀਂ ਭਾਵੇਂ ਪੀਅਨ ਹੋਵੋ,
ਪਰ ਪ੍ਰਾਈਮ ਮਿਨਿਸਟਰ ਵੀ ਤੁਹਾਡੀ ਗੱਲ ਸੁਣੇਗਾ, ਕਿਉਂਕਿ ਤੁਸੀਂ ਸ਼ਕਤੀਸ਼ਾਲੀ ਹੋ, ਕਿਉਂਕਿ ਤੁਹਾਡੇ ਅੰਦਰ ਸ਼ਕਤੀਸ਼ਾਲੀ ਆ ਗਿਆ ਹੈ। ਉਹ ਹੈ ਮਸੀਹ ਯਿਸੂ ਦਾ ਆਤਮਾ। ਪਰਮੇਸ਼ਵਰ ਤੁਹਾਡੇ ਲਈ ਰਸਤਾ ਤਿਆਰ ਕਰੇਗਾ, ਕਿਉਂਕਿ ਉਹਨੇ ਕਿਹਾ ਰਾਹ, ਸਚਾਈ ਤੇ ਜੀਵਨ ਮੈਂ ਹਾਂ। ਔਰ ਕਿਹੋ ਜਿਹੀ ਸ਼ਕਤੀ ਆ ਉਹ ਸ਼ਕਤੀ? ਤੁਹਾਨੂੰ ਪਤਾ, ਜੇ ਕਿਸੇ ਨੇ ਮਾਫੀ ਮੰਗਣੀ ਹੋਏ, ਮਾਫੀ ਮੰਗਣ ਦੇ ਲਈ ਵੀ ਸ਼ਕਤੀ ਦੀ ਜ਼ਰੂਰਤ ਆ। ਬਾਹਲੇ ਲੋਕੀ ਮਾਫੀ ਨਹੀਂ ਮੰਗਦੇ, ਉਹਨਾਂ ਨੂੰ ਪਤਾ ਹੁੰਦਾ ਮੇਰੇ ਤੋਂ ਗਲਤੀ ਹੋ ਗਈ ਆ, ਪਰ ਉਹ ਡਰ ਜਾਂਦੇ ਆ। ਤੇ ਡਰਦਾ ਕੌਣ ਆ? ਜਿਹੜਾ ਨਿਰਬਲ ਆ, ਜਿਹੜਾ ਸ਼ਕਤੀਹੀਣ ਆ, ਉਹੀ ਡਰਦਾ ਨਾ। ਜਿਹੜਾ ਤਕੜਾ ਆ ਉਹ ਤੇ ਨਹੀਂ ਡਰਦਾ, ਪਰ ਜਿਹੜਾ ਡਰਪੋਕ ਆ ਉਹੀ ਡਰਦਾ। ਤਾਂ ਜਦੋਂ ਪਾਕ ਰੂਹ ਸਾਡੇ ਅੰਦਰ ਆ ਜਾਂਦਾ ਤੇ ਉਹ ਸਾਡੇ ਅੰਦਰੋਂ ਡਰ ਦੇ ਆਤਮਾ ਨੂੰ ਕੱਢ ਦਿੰਦਾ। ਔਰ ਦਲੇਰੀ ਦਾ ਆਤਮਾ ਆ, ਉਹ ਵਚਨ 'ਚ ਲਿਖਿਆ, ਉਹਨੇ ਸਾਨੂੰ ਡਰ ਦਾ ਨਹੀਂ ਪਰ ਦਲੇਰੀ ਦਾ ਆਤਮਾ ਦਿੱਤਾ ਹੈ। ਹਾਲੇਲੂਇਆ। ਸਪਿਰਿਟ ਆਫ ਪਾਵਰ, ਸਪਿਰਿਟ ਆਫ ਸਟਰੈਂਥ ਉਹਨੇ ਸਾਨੂੰ ਦਿੱਤਾ ਆ। ਔਰ ਜਦੋਂ ਪਾਕ ਰੂਹ ਸਾਡੇ ਅੰਦਰ ਆਉਂਦਾ, ਅਸੀਂ ਕਿਹੋ ਜਿਹੀ ਸ਼ਕਤੀ ਪਾਉਂਦੇ ਆ? ਅਸੀਂ ਮਾਫੀ ਵੀ ਮੰਗ ਲੈਂਦੇ ਆ, ਅਸੀਂ ਮਾਫ ਕਰ ਵੀ ਦਿੰਦੇ ਆ। ਮਾਫ ਕਰਨ ਦੇ ਲਈ ਵੀ ਸ਼ਕਤੀ ਚਾਹੀਦੀ ਆ। ਕਈ ਵਾਰੀ ਲੋਕੀ ਕਹਿੰਦੇ ਨਹੀਂ ਨਹੀਂ, ਮੇਰੇ 'ਚ ਇੰਨੀ ਹਿੰਮਤ ਨਹੀਂ ਆ ਵੀ ਮੈਂ ਇਹਨੂੰ ਹੋਰ ਜਰ ਸਕਾਂ, ਮੈਂ ਇਹਨੂੰ ਹੋਰ ਝੱਲ ਸਕਾਂ, ਮੈਂ ਇਹਨੂੰ ਮਾਫ ਕਰ ਸਕਾਂ, ਮੇਰੇ 'ਚ ਇੰਨੀ ਹਿੰਮਤ ਨਹੀਂ ਆ। ਤਾਂ ਅਗਰ ਪਾਕ ਰੂਹ ਤੁਹਾਡੇ ਵਿੱਚ ਆਏਗਾ ਤਾਂ ਤੁਹਾਡੇ ਵਿੱਚ ਇੰਨੀ ਹਿੰਮਤ ਆ ਜਾਏਗੀ ਕਿ ਤੁਸੀਂ ਉਹਨਾਂ ਸਾਰਿਆਂ ਨੂੰ ਮਾਫ ਕਰ ਦਿਓਗੇ ਜਿਨ੍ਹਾਂ ਨੇ ਵੀ ਤੁਹਾਡੇ ਨਾਲ ਗਲਤ ਕੀਤਾ। ਔਰ ਮਾਫ ਕਰਨ ਦੇ ਬਾਅਦ ਤੁਸੀਂ ਦੁੱਗਣੇ ਆਨੰਦ ਦੇ ਨਾਲ ਭਰ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਜਦੋਂ ਪਾਕ ਰੂਹ ਤੁਹਾਡੇ ਵਿੱਚ ਆਏਗਾ, ਤੁਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਨ ਦੀ ਸ਼ਕਤੀ ਵੀ ਪਾਓਗੇ। ਅੱਜ ਇਨਸਾਨ ਆਪਣੇ ਗੁਨਾਹਾਂ ਦਾ ਇਕਰਾਰ ਨਹੀਂ ਕਰਦਾ। ਉਹਨਾਂ ਨੂੰ ਲੱਗਦਾ ਮੈਂ ਬਹੁਤ ਤਕੜਾ, ਮੈਂ ਕਿਉਂ ਗਲਤੀ ਮੰਨਾਂ। ਐਕਚੁਅਲ ਦੇ ਵਿੱਚ ਉਹ ਨਿਰਬਲ ਤੇ ਬੁੱਧੀਹੀਣ ਹੁੰਦੇ ਆ, ਜਿਹੜੇ ਆਪਣੇ ਗਲਤੀ ਨੂੰ ਨਹੀਂ ਮੰਨਦੇ। ਉਹਨਾਂ 'ਚ ਇੰਨੀ ਹਿੰਮਤ ਹੀ ਨਹੀਂ ਆ ਕਿ ਉਹ ਆਪਣੀ ਗਲਤੀ ਨੂੰ ਸਭ ਦੇ ਸਾਹਮਣੇ ਸਵੀਕਾਰ ਕਰ ਸਕਣ। ਇੱਥੋਂ ਤੱਕ ਕਿ ਉਹਨਾਂ 'ਚ ਇੰਨੀ ਵੀ ਹਿੰਮਤ ਨਹੀਂ ਕਿ ਉਹ ਆਪਣੀ ਗਲਤੀ ਨੂੰ ਪਰਮੇਸ਼ਵਰ ਦੇ ਸਾਹਮਣੇ ਸਵੀਕਾਰ ਕਰਨ, ਜਾਂ ਆਪਣੀ ਪਤਨੀ ਦੇ, ਪਤੀ ਦੇ, ਬੱਚਿਆਂ ਦੇ ਜਾਂ ਮਾਤਾ ਪਿਤਾ ਦੇ ਸਾਹਮਣੇ ਆਪਣੀ ਗਲਤੀ ਨੂੰ ਅਸੈਪਟ ਕਰਨ। ਹਿੰਮਤ ਨਹੀਂ ਆ ਉਹਨਾਂ ਦੇ ਵਿੱਚ ਆਪਣੀ ਗਲਤੀ ਮੰਨਣ ਦੀ। ਇਹ ਨਾ ਸਮਝੋ ਕਿ ਜਿਹੜਾ ਗਲਤੀ ਨਹੀਂ ਮੰਨ ਰਿਹਾ ਉਹ ਬਹੁਤ ਧਨਾੜ ਆ, ਬਹੁਤ ਤਕੜਾ ਆ, ਪਰ ਉਹਦੇ ਵਿੱਚ ਹਿੰਮਤ ਨਹੀਂ ਆ, ਉਹ ਸ਼ਕਤੀਹੀਣ ਆ। ਪਰ ਜਦੋਂ ਪਾਕ ਰੂਹ ਸਾਡੇ ਉੱਤੇ ਆਏਗਾ, ਅਸੀਂ ਸ਼ਕਤੀ ਨਾਲ ਭਰ ਜਾਵਾਂਗੇ ਔਰ ਆਪਣੇ ਹਰ ਗੁਨਾਹ ਦਾ ਇਕਰਾਰ ਕਰਾਂਗੇ ਔਰ ਉਹਨਾਂ ਗੁਨਾਹਾਂ ਨੂੰ ਆਪਣੀ ਜ਼ਿੰਦਗੀ 'ਚੋਂ ਹਮੇਸ਼ਾ ਲਈ ਬਾਹਰ ਕੱਢ ਦਿਆਂਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਉਹ ਬਖਸ਼ਣਹਾਰ ਪਰਮੇਸ਼ਵਰ ਸਾਡੇ ਹਰ ਗੁਨਾਹ ਨੂੰ ਬਖਸ਼ ਦੇਵੇਗਾ। ਹਾਲੇਲੂਇਆ। ਅਜਬ ਸ਼ਕਤੀ ਆ ਪਾਕ ਰੂਹ ਦੀ ਸ਼ਕਤੀ, ਅਜਬ ਸ਼ਕਤੀ ਆ, ਅਜੀਬ ਸ਼ਕਤੀ ਆ, ਵੰਡਰਫੁਲ ਆ, ਅਮੇਜ਼ਿੰਗ ਆ। ਉਹਦੇ ਰਾਹੀਂ ਅਸੀਂ ਕਿਹੋ ਜਿਹਾ ਬਲ ਪ੍ਰਾਪਤ ਕਰਦੇ, ਕਿਹੋ ਜਿਹੀ ਸ਼ਕਤੀ ਪ੍ਰਾਪਤ ਕਰਦੇ ਆ। ਯਕਰੀਆ ਦੀ ਕਿਤਾਬ ਉਹਦੇ 4:6-7 ਵਿੱਚ ਲਿਖਿਆ, ਨਾ ਤਾਂ ਸ਼ਕਤੀ ਸੇ ਨਾ ਬਲ ਸੇ पर मेरे आत्मा के द्वारा क्या हो जाएगा? पहाड़ मैदान हो जाएगा। कहना ना शक्ति दे नाल ना बल दे नाल, पर यहोवा परमेश्वर कहंदे मेरे आत्मा दे द्वारा जेड़े पहाड़ आ ये मैदान हो जाणगे, तेरे रस्ते पद्धरे हो जाणगे। सानू लगदा कि शक्ति कौन आ? जिहदे डोले बहुत वड्डे आ, जिहड़ा रैसलर बहुत तकड़ा आ, वो बहुत जोर वाला आ। पर मेरे परमेश्वर दा आत्मा, जिहड़ा परमेश्वर तुहानू उस आत्मा दे नाल भरना चाहुंदा, उस शक्ति दे नाल, उस बल दे नाल पहाड़ भी तुहाडे सामणेओ मैदान हो जाणगे, परे हट जाणगे, तुहाडे राह पद्धरे हो जाणगे। इन्नी शक्ति आ परमेश्वर दे आत्मा दे विच। तो की तुसीं उस आत्मा नू लैना चाहुंदे हो जिहदे विच इन्नी शक्ति आ? लेना चाहते हो? अगर लेना चाहते हो तो अज प्रार्थना करियो कि प्रभु अज मैनू कोई सूई धागा नहीं चाहिए, कोई सोफा नहीं चाहिए, कोई गड्डी नहीं, कोई फ्रिज नहीं, कुछ नहीं। अज मैनू पाक रूह चाहिए है। और प्रभु अज मैनू पाक रूह दे नाल भर दिओ। और जब तक तुहानू फील नहीं हो जाता, जब तक तुहानू एहसास नहीं हो जाता कि तुसीं भर गए आ, उदों तक निरंतर इसे प्रार्थना दे विच रहना। और मैं यकीन करदी जदों पाक रूह दे नाल तुसीं भर गए, तुहाडीआं सारियां डिमांड्स खत्म,
ਸਾਰੀਆਂ ਜਿਹੜੀਆਂ ਅਭਿਲਾਸ਼ਾ, ख्वाहिशां, ਮੰਗਾਂ ਉਹ ਸਭ ਖਤਮ ਹੋ ਜਾਣੀਆਂ, ਕਿਉਂਕਿ ਪਾਕ ਰੂਹ ਹੀ ਤਾਂ ਉਹ ਆ ਜਿਹੜਾ ਮੁਹੱਈਆ ਕਰਦਾ ਆ। ਪਾਕ ਰੂਹ ਹੀ ਤੇ ਉਹ ਆ ਜਿਹਦੇ ਕੋਲ ਸਭ ਕੁਛ ਆ। ਔਰ ਜੇ ਪਾਕ ਰੂਹ ਸਾਡੇ ਕੋਲ ਆ ਗਿਆ, ਫਿਰ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਰਹਿਣੀ। ਹਾਲੇਲੂਇਆ। ਤਾਂ ਜਦੋਂ ਪਵਿੱਤਰ ਆਤਮਾ ਸਾਡੇ ਵਿੱਚ ਆਉਂਦਾ, ਸਾਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦਿੰਦਾ ਆ। ਜਿਹਦੇ ਕੋਲ ਪਵਿੱਤਰ ਆਤਮਾ ਨਹੀਂ, ਉਹ ਕਿਸੇ ਦਾ ਇੱਕ ਸ਼ਬਦ ਬਰਦਾਸ਼ਤ ਨਹੀਂ ਕਰ ਸਕਦਾ। ਕਹਿੰਦਾ ਉਰੇ ਆ, ਤੈਨੂੰ ਦੱਸਾਂ, ਤੇਰੀ ਹਿੰਮਤ ਕਿੱਦਾਂ ਹੋਈ ਇੰਨੀ ਗੱਲ ਕਹਿਣ ਦੀ? ਤੂੰ ਹੁੰਨਾ ਕੌਣ ਮੈਨੂੰ ਇੰਨੀ ਗੱਲ ਕਹਿਣ ਦੇ ਲਈ? ਤੂੰ ਕਹਿ ਕੇ ਜਾਏਗਾ ਕਿੱਥੇ? ਤੂੰ ਬਚ ਕੇ ਨਿਕਲੇਗਾ ਕਿੱਧਰ ਦੀ? ਇਹ ਸ਼ਬਦ ਕਿੰਨਾ ਲੋਕਾਂ ਦੇ ਹੁੰਦੇ ਆ ਜਿਨ੍ਹਾਂ ਕੋਲੇ ਪਵਿੱਤਰ ਆਤਮਾ ਨਹੀਂ ਹੁੰਦਾ। ਪਰ ਜਿਨ੍ਹਾਂ ਦੇ ਕੋਲੇ ਪਵਿੱਤਰ ਆਤਮਾ ਹੁੰਦਾ, ਉਹਨਾਂ ਦੇ ਕੀ ਸ਼ਬਦ ਹੁੰਦੇ? ਜਾ, ਤੈਨੂੰ ਮਾਫ ਕੀਤਾ, ਐਸ਼ ਕਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਪ੍ਰਭੂ ਤੈਨੂੰ ਬਰਕਤ ਦੇਵੇ, ਪ੍ਰਭੂ ਤੇਰਾ ਵੀ ਜੀਵਨ ਬਦਲ ਦੇ। ਤੂੰ ਸਮਝੇ ਕਿ ਤੈਨੂੰ ਕੀ ਕਰਨਾ ਚਾਹੀਦਾ ਆ। ਤੁਸੀਂ ਹੁਣ ਇਹ ਸੋਚੋ ਕਿ ਇਹਨਾਂ ਦੋਹਾਂ 'ਚੋਂ ਧਨੀ ਕੌਣ ਆ? ਇੱਕ ਕਹਿੰਦਾ ਉਰੇ ਆ, ਤੇਰੀਆਂ ਪਸਲੀਆਂ ਤੋੜਾਂ, ਉਹ ਧਨੀ ਕਿ ਕਹਿੰਦਾ ਜਾ, ਤੈਨੂੰ ਬਖਸ਼ ਦਿੱਤਾ ਹੈ। ਫਿਰ ਤੁਸੀਂ ਹੁਣ ਧਨੀ ਬਣਨਾ? ਫਿਰ ਆਦੋਂ ਗਾਂ ਕਿਸੇ ਕੋਈ ਤੁਹਾਡੇ ਨਾਲ ਲੜਿਆ ਤੇ ਫਿਰ ਤੁਸੀਂ ਕਹਿਣਾ ਜਾ, ਤੈਨੂੰ ਬਖਸ਼ ਦਿੱਤਾ। ਕਰ ਲਓਗੇ ਐਡਾ ਕੰਮ? ਇਹ ਪਾਕ ਰੂਹ ਦੇ ਦੁਆਰਾ ਹੁੰਦਾ, ਇਨਸਾਨ ਦੇ ਦੁਆਰਾ ਨਹੀਂ ਹੁੰਦਾ, ਇਨਸਾਨੀ ਸੁਭਾਅ ਦੇ ਦੁਆਰਾ ਨਹੀਂ ਹੁੰਦਾ। ਇਨਸਾਨੀ ਸੁਭਾਅ ਦਾ ਕਹਿੰਦਾ ਜੀ ਇਹਨੇ ਮੈਨੂੰ ਭਰੀ ਮਹਿਫਲ ਦੇ ਵਿੱਚ ਆ ਕਹਿ ਦਿੱਤਾ, ਇਹਨੇ ਮੈਨੂੰ 4 ਬੰਦਿਆਂ ਦੇ ਸਾਹਮਣੇ ਆ ਕਹਿ ਦਿੱਤਾ, ਮੇਰਾ ਨੱਕ ਵਢਾ ਕੇ ਰੱਖ ਦਿੱਤਾ। ਨੱਕ ਤਾਂ ਤੁਸੀਂ ਐਡਾ ਫਲੈਕਸੀਬਲ ਲਾਏ ਵੀ ਜਦੋਂ ਮਰਜ਼ੀ ਲਾ ਲੈਨੇ, ਜਦੋਂ ਮਰਜ਼ੀ ਨਾਲ ਲਾ ਲੈਨੇ ਆ। ਤੁਸੀਂ ਕਿੰਨੀ ਵਾਰੀ ਨੱਕ ਵਢਾਉਣ ਵਾਲੇ ਕੰਮ ਕੀਤੇ? ਵਿਚਾਰ ਨਹੀਂ ਕੀਤਾ। ਜਦੋਂ ਆਪਣਾ ਵੱਢਿਆ ਗਿਆ ਉਦੋਂ ਪੀੜ ਹੋਈ। ਪਰ ਜੇ ਪਾਕ ਰੂਹ ਤੁਹਾਡੇ ਵਿੱਚ ਆ ਗਿਆ, ਤੁਹਾਡੇ ਸਾਰੇ ਅੰਗ ਐਨ ਸਲਾਮਤ ਰਹਿਣੇ, ਕਦੀ ਨਹੀਂ ਵੱਢੇ ਜਾਣੇ। ਹਾਲੇਲੂਇਆ। ਕਿਉਂਕਿ ਜਦੋਂ ਉਹ ਸਾਡੇ ਵਿੱਚ ਆ ਜਾਂਦਾ ਆ, ਫਿਰ ਅਸੀਂ ਹੋਰ ਦੇ ਹੋਰ ਹੋ ਜਾਂਦੇ। ਫਿਰ ਅਸੀਂ ਸਰੀਰਕ ਤੇ ਰਹਿੰਦੇ ਨਹੀਂ, ਫਿਰ ਅਸੀਂ ਆਤਮਿਕ ਹੋ ਜਾਂਦੇ ਹਾਂ। ਹਾਲੇਲੂਇਆ। ਔਰ ਜਦੋਂ ਪਾਕ ਰੂਹ ਸਾਡੇ ਵਿੱਚ ਆ ਜਾਂਦਾ, ਫਿਰ ਸਾਡੇ ਅੰਦਰੋਂ ਡਰ ਮੁੱਕ ਜਾਂਦਾ। ਜਦੋਂ ਤੱਕ ਪਾਕ ਰੂਹ ਨਹੀਂ ਆ, ਅਗਰ ਕੋਈ ਬੰਦਾ ਹੋਰਾਂ ਜ਼ੁਬਾਨਾਂ ਵਿੱਚ ਬੋਲ ਰਿਹਾ ਆ, ਔਰ ਉਹ ਨਿਰੰਤਰ ਬੋਲ ਰਿਹਾ, ਪਰ ਉਹ ਕਹਿੰਦਾ ਬੱਚੇ ਨੂੰ ਜਾ ਕੇ ਦੱਸੀ ਨਾ ਮਾਸੀ ਨੂੰ ਵੀ ਆਪਾਂ ਚਰਚ ਨੂੰ ਜਾਂਦੇ ਹੁੰਦੇ ਆ, ਇਹਦਾ ਮਤਲਬ ਪਾਕ ਰੂਹ ਉਹਦੇ ਅੰਦਰ ਨਹੀਂ ਵਸਦਾ। ਪਾਕ ਰੂਹ ਨੇ ਉਹਨੂੰ ਗਿਫਟ ਤਾਂ ਦਿੱਤੀ ਆ, ਪਰ ਗਿਫਟ ਦੇਣ ਵਾਲੇ ਦੇ ਨਾਲ ਉਹਦੀ ਬਣਦੀ ਨਹੀਂ, ਦਲੇਰੀ ਨਹੀਂ ਹੈਗੀ। ਪਰ ਉਹ ਕੀ ਕਹਿੰਦਾ? ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ, ਯਹੂਦੀਆਂ ਤੋਂ ਲੈ ਕੇ ਸਾਮਰੀਆ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ। ਅਸੀਂ ਗਵਾਹੀ ਦੇਵਾਂਗੇ ਪਰਮੇਸ਼ਵਰ ਦੀ। ਤਾਂ ਫਿਰ ਸਾਨੂੰ ਡਰ ਖਤਮ ਹੋ ਜਾਏਗਾ। ਚਾਹੇ ਸਾਨੂੰ ਕੋਈ ਐਡਾ ਲੰਮਾ ਬੰਦਾ ਪੁੱਛੇ ਵੀ ਤੂੰ ਚਰਚ ਨੂੰ ਜਾਣਾ ਹੁੰਨਾ? ਹਾਂਜੀ, ਅਸੀਂ ਚਰਚ ਨੂੰ ਜਾਂਦੇ ਹਾਂ। ਦੱਸੋ ਤੁਸੀਂ ਜਾਣਾ? ਸਾਡੇ ਨਾਲ ਚੱਲ ਪਿਓ। ਇਹ ਨਹੀਂ ਵੀ ਕਹਿੰਦੇ ਤੂੰ ਚਰਚ ਨੂੰ ਜਾਣਾ? ਨਹੀਂ ਜੀ, ਮੈਂ ਨਹੀਂ ਚਰਚ ਨੂੰ ਗਿਆ, ਮੈਂ ਤਾਂ ਉੱਥੇ ਦੇਖਣ ਗਿਆ ਸੀ ਚਰਚ 'ਚ ਹੁੰਦਾ ਕੀ ਆ, ਮੈਂ ਤਾਂ ਬਾਹਰ ਹੀ ਖੜਾ ਸੀ, ਮੈਨੂੰ ਕੀ ਪਤਾ ਚਰਚ ਕੀ ਹੁੰਦਾ। ਤਾਂ ਜਦੋਂ ਪਾਕ ਰੂਹ ਸਾਡੇ ਵਿੱਚ ਆ ਗਿਆ, ਤਾਂ ਤੁਸੀਂ ਪਟਰ ਪਟਰ ਕਰਕੇ ਬੋਲਣਾ, ਭਾਜੀ ਚਰਚ ਚੱਲ ਕੇ ਦੇਖੋ ਚਰਚ ਵਿੱਚ ਹੁੰਦਾ ਕੀ। ਉੱਥੇ ਜਾ ਕੇ ਜਿਹੜਾ ਤੁਸੀਂ ਇੰਨਾ ਕੱਢੜੇ ਸੁਭਾਅ ਦੇ ਨਾਲ, ਇੰਨੇ ਕੱਬੇ ਜਿਹੇ ਸੁਭਾਅ ਦੇ ਨਾਲ ਮੈਨੂੰ ਪੁੱਛਦੇ ਆ ਨਾ, ਤੁਹਾਡੇ ਸ਼ਬਦ ਬਦਲ ਜਾਣੇ, ਤੁਸੀਂ ਤਾਂ ਪਿਆਰ ਨਾਲ ਭਰ ਜਾਣਾ। ਤਾਂ ਉਦੋਂ ਅਸੀਂ ਗਵਾਹ ਬਣਾਂਗੇ ਪਰਮੇਸ਼ਵਰ ਦੇ। ਉਦੋਂ ਅਸੀਂ ਡਰਨਾ ਨਹੀਂ, ਉਦੋਂ ਅਸੀਂ ਕੰਬਣਾ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿੱਥੇ ਮਰਜ਼ੀ ਥਾਪੀ ਮਾਰ ਕੇ ਤੁਸੀਂ ਕਹੋ ਆ ਜਾ ਇੱਧਰ, ਹੁਣ ਪਵਿੱਤਰ ਆਤਮਾ ਮੇਰੇ ਵਿੱਚ ਆ। ਅਗਰ ਤੁਸੀਂ ਇੱਦਾਂ ਕਰਦੇ ਆ ਤਾਂ ਇਹਦਾ ਮਤਲਬ ਉਹ ਪਵਿੱਤਰ ਆਤਮਾ ਨਹੀਂ ਆ। ਕਿਉਂਕਿ ਜਿਹੜਾ ਪਵਿੱਤਰ ਆਤਮਾ ਆ ਉਹ ਬਲਸ਼ਾਲੀ ਤਾਂ ਹੈ, ਪਰ ਉਹ ਐਸਾ ਬਲਸ਼ਾਲੀ ਨਹੀਂ ਆ ਕਿ ਉਹ ਕਿਸੇ ਨਾਲ ਹਿੱਕ ਧੱਕਾ ਕਰੇ, ਕਿਸੇ ਨਾਲ ਧੱਕਾ ਮੁੱਕੀ ਕਰੇ, ਕਿਸੇ ਨਾਲ ਜ਼ੋਰਾ ਜ਼ਰਬੀ ਕਰੇ। ਤਾਂ ਉਹ ਇੱਦਾਂ ਦਾ ਆਤਮਾ ਨਹੀਂ ਹੈ। ਮੈਂ ਲਾਸਟ ਵਰਸ ਦੇਖਾਂਗੇ। ਆਮ ਰੀਅਲੀ ਵੈਰੀ ਸੌਰੀ ਕਿ ਟੌਪਿਕ ਥੋੜਾ ਲੰਬਾ ਗਿਆ ਹੈ, ਤੇ ਆਪਾਂ ਦੇਖਦੇ ਹਾਂ ਨੈਕਸਟ ਵਰਸ। ਯੂਹੰਨਾ ਦੀ ਕਿਤਾਬ ਉਹਦਾ 15 ਨੰਬਰ ਅਧਿਆਏ ਤੇ ਉਹਦੀ 26 ਨੰਬਰ ਪੰਕਤੀ 'ਚ ਇੱਦਾਂ ਲਿਖਿਆ, ਪਰ ਜਾਂ ਉਹ ਸਹਾਇਕ ਆਵੇ ਜਿਹਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਵੱਲੋਂ ਘੱਲਾਂਗਾ, ਅਰਥਾਤ ਸੱਚਾਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿਕਲਦਾ ਹੈ, ਤਾਂ ਉਹ ਤੁਹਾਨੂੰ ਮੇਰੇ ਹੱਕ ਵਿੱਚ ਸਾਖੀ ਦੇਵੇਗਾ। ਕਹਿੰਦਾ ਪ੍ਰਭੂ ਯਿਸੂ ਮਸੀਹ ਕਹਿੰਦੇ ਜਦੋਂ ਕਹਿੰਦਾ ਉਹ ਸਹਾਇਕ ਭਾਵ ਪਵਿੱਤਰ ਆਤਮਾ ਜਿਹੜਾ ਸਾਡੀ ਸਹਾਇਤਾ ਕਰਦਾ ਆ, ਕਹਿੰਦਾ ਉਹ ਤੁਹਾਡੇ ਕੋਲੇ ਮੈਂ ਘੱਲੂੰਗਾ। ਜਦੋਂ ਪਵਿੱਤਰ ਆਤਮਾ ਤੁਹਾਡੇ ਕੋਲੇ ਆਵੇ, ਕਹਿੰਦਾ ਕੀ ਹੈ? ਸੱਚਾਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿਕਲਦਾ ਹੈ। ਕਿੱਥੋਂ ਨਿਕਲਦਾ ਆ?
ਪਿਤਾ ਵੱਲੋਂ। ਤੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਕੌਣ ਆ? ਅਕਾਲ ਪੁਰਖ ਪਰਮੇਸ਼ਵਰ। ਤੇ ਇਹਦਾ ਮਤਲਬ ਪਵਿੱਤਰ ਆਤਮਾ ਕਿੱਥੋਂ ਆਉਂਦਾ ਆ? ਪਰਮੇਸ਼ਵਰ ਦੇ ਵੱਲੋਂ। ਔਰ ਉਹ ਕਿਹੜਾ ਆਤਮਾ ਆ? ਸੱਚਾਈ ਦਾ ਆਤਮਾ ਆ। ਕਹਿੰਦਾ ਉਹ ਮੇਰੇ ਹੱਕ ਵਿੱਚ ਸਾਖੀ ਦੇਵੇਗਾ। ਅਗਰ ਤੁਹਾਨੂੰ ਕੋਈ ਜਣਾ ਇਹ ਕਹੇ ਕਿ ਮੈਂ ਪਵਿੱਤਰ ਆਤਮਾ ਪਾਇਆ ਆ, ਪਰ ਉਹ ਤੁਹਾਨੂੰ ਇਹ ਕਹੇ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਨਹੀਂ ਆ, ਤਾਂ ਇਹਦਾ ਮਤਲਬ ਉਹਦੇ ਅੰਦਰ ਪਵਿੱਤਰ ਆਤਮਾ ਨਹੀਂ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਜਿਹੜਾ ਆਤਮਾ ਸੱਚਾਈ ਦਾ ਆਤਮਾ ਔਰ ਪਿਤਾ ਵੱਲੋਂ ਨਿਕਲਦਾ, ਕਹਿੰਦਾ ਮੇਰੇ ਹੱਕ ਵਿੱਚ ਸਾਖੀ ਦੇਵੇਗਾ, ਗਵਾਹੀ ਭਰੇਗਾ। ਇਸ ਲਈ ਬਹੁਤ ਅਵੇਅਰ ਰਹਿਣਾ ਆ, ਬਹੁਤ ਸੁਚੇਤ ਰਹਿਣਾ ਆ ਕਿ ਜਿਹੜੇ ਨਾਲ ਅਸੀਂ ਗੱਲ ਕਰ ਰਹੇ, ਜਿਹਦੇ ਕੋਲ ਅਸੀਂ ਸੁਣ ਰਹੇ, ਜਿਹਦੇ ਕੋਲ ਅਸੀਂ ਬੈਠ ਰਹੇ ਹਾਂ, ਕੀ ਉਹ ਅਸੈਪਟ ਕਰਦਾ ਆ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ? ਕੀ ਉਹ ਅਸੈਪਟ ਕਰਦਾ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਏ? ਅਗਰ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਰਮੇਸ਼ਵਰ ਦਾ ਬੰਦਾ ਆ, ਅਗਰ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਇੱਕ ਕ੍ਰਿਸਚੀਅਨ ਫੈਲੋ ਆ, ਇੱਕ ਮਸੀਹੀ ਜੀਵਨ ਜੀਣ ਵਾਲਾ ਇਨਸਾਨ ਆ, ਪਰ ਉਹ ਇਹ ਕਹੇ ਕਿ ਪ੍ਰਭੂ ਯਿਸੂ ਮਸੀਹ ਕੁਛ ਨਹੀਂ ਆ, ਪ੍ਰਭੂ ਯਿਸੂ ਮਸੀਹ ਇੱਦਾਂ ਨਹੀਂ ਉੱਦਾਂ ਨਹੀਂ, ਤਾਂ ਇਹਦਾ ਮਤਲਬ ਉਹ ਪਵਿੱਤਰ ਆਤਮਾ ਦੇ ਵੱਲੋਂ ਠਹਿਰਾਇਆ ਹੋਇਆ ਨਹੀਂ ਹੈ। ਇਸ ਚੀਜ਼ ਦਾ ਖਾਸ ਧਿਆਨ ਰੱਖਣਾ। ਔਰ ਅੱਜ ਮੇਰੀ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਆ ਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਸਾਰਿਆਂ ਦੇ ਉੱਤੇ ਬਹੁਤਾਇਤ ਦੇ ਨਾਲ ਠਹਿਰ ਜਾਏ। ਤੁਸੀਂ ਰੂਹ ਦੇ ਨਾਲ ਭਰ ਜਾਓ, ਤੁਸੀਂ ਦਲੇਰੀ ਦੇ ਨਾਲ ਭਰ ਜਾਓ, ਦੁਨੀਆ ਦੇ ਕੰਢੇ ਤੱਕ ਤੁਸੀਂ ਗਵਾਹ ਹੋਵੋ ਔਰ ਤੁਹਾਡੇ ਅੱਗੇ ਖੜੀ ਹਰ ਚਟਾਨ ਮੈਦਾਨ ਹੋ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚਾਹੁਣ ਵਾਲਿਆਂ ਦੇ ਨਾਲ ਬਣੀ ਰਹੇ। ਆਮੀਨ। ਅੱਜ ਇੱਕ ਰਾਜੇ ਦੀ ਗੱਲ ਨੂੰ ਸੁਣਦੇ ਹਾਂ। Come, let us listen to the story of ਇੱਥੇ ਦੋ ਰਾਜਿਆਂ ਦੀ ਗੱਲ ਹੋ ਰਹੀ ਹੈ। It's being talked of about two ਇੱਕ kings. ਧਰਤੀ ਦਾ ਰਾਜਾ ਹੈ A king of the earth, ਅਤੇ ਇੱਕ ਸਵਰਗ ਦਾ ਰਾਜਾ ਹੈ, and one is the king of the heaven, ਅਤੇ ਉਹ ਸਵਰਗ ਦਾ ਰਾਜਾ ਹੈ ਯੀਸ਼ੂ ਮਸੀਹ। and the king of the heaven is Jesus. ਅੱਜ ਤੁਸੀਂ ਕਿਹਦੇ ਨਾਮ ਵਿੱਚ ਇੱਥੇ ਇਕੱਠੇ ਹੋਏ ਹੋ? In whose name you are gathered together. ਜਿਹੜਾ ਰਾਜਿਆਂ ਦਾ ਰਾਜਾ ਹੈ, He is the king of the kings. ਜਿਹੜਾ ਪ੍ਰਭੂਆਂ ਦਾ ਪ੍ਰਭੂ ਹੈ, He is the Lord of the lords. ਅਤੇ ਜਿਹੜਾ ਸਵਰਗ ਦਾ ਰਾਜਾ ਹੈ। He is the king of the heaven. The Open Door Church ਖੋਜੇਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਹਜ਼ਾਰਾਂ ਹੀ ਲੋਕ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਸੁਣਨ ਵਾਸਤੇ ਆ ਰਹੇ ਹਨ। ਅਸੀਂ ਆਪ ਜੀ ਨੂੰ ਸੱਦਾ ਦਿੰਦੇ ਹਾਂ, ਤੁਸੀਂ ਵੀ ਇੱਥੇ ਆਓ ਤੇ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਸੁਣੋ, ਤੌਬਾ ਕਰੋ, ਬਪਤਿਸਮਾ ਲਓ ਤੇ ਨਵਾਂ ਜੀਵਨ ਪਾਓ। ਪਰਮੇਸ਼ਵਰ ਦੀ ਇੱਕ ਯੋਜਨਾ ਹੈ God has a will, ਕਿਉਂਕਿ ਉਸਨੇ ਯੀਸ਼ੂ ਨੂੰ ਭੇਜਿਆ ਹੈ for He has sent Jesus. ਅਤੇ ਉਹ ਤੁਹਾਡੇ ਲਈ ਮਰਿਆ ਹੈ And He died for you. ਅਤੇ ਤੁਹਾਡੇ ਲਈ ਜ਼ਿੰਦਾ ਹੋਇਆ ਹੈ He rose for you. ਅਤੇ ਉਹ ਅੱਜ ਵੀ ਤੁਹਾਡੇ ਲਈ ਜ਼ਿੰਦਾ ਹੈ। He is the light today. The Open Door Church ਖੋਜੇਵਾਲ ਵਿੱਚ ਵਹਿੰਦਾ ਰੂਹਾਨੀਅਤ ਦਾ ਦਰਿਆ ਅੱਜ ਵੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਤੁਸੀਂ ਆਪਣੇ ਰੋਗੀਆਂ ਨੂੰ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਲੈ ਕੇ ਆਓ, ਜਿੱਥੇ ਪ੍ਰਭੂ ਦੇ ਦਾਸ ਪਾਸਟਰ ਜੋਲ ਜੀ ਉਹਨਾਂ ਰੋਗੀਆਂ ਦੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਰੋਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਚੰਗੇ ਹੁੰਦੇ ਹਨ। ਸੋ ਵਿਸ਼ਵਾਸ ਦੇ ਨਾਲ ਰੋਗੀਆਂ ਨੂੰ ਲੈ ਕੇ ਆਓ ਤੇ ਪ੍ਰਭੂ ਦੇ ਕੋਲੋਂ ਨਵਾਂ ਜੀਵਨ ਪਾਓ। ਇਸ ਸੇਵਕਾਈ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਤੇ ਇਸ ਸੇਵਕਾਈ ਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਆਪਣੇ ਦਾਨ ਬਹੁਤ ਸੁਖਾਲੇ ਤਰੀਕੇ ਦੇ ਨਾਲ ਆਨਲਾਈਨ ਪੇਟੀਐਮ, ਫੋਨਪੇ ਤੇ ਗੂਗਲ ਪੇ ਦੇ ਦੁਆਰਾ ਭੇਜ ਸਕਦੇ ਹੋ। ਰੱਬ ਤੁਹਾਨੂੰ ਬਰਕਤ ਦੇ।